ਰਾਮਕਲੀ ਸਦ। ਇਹ ਗੁਰਬਾਣੀ ਦਾ ਸਿਰਲੇਖ ਹੈ ਰਾਮਕਲੀ ਸਦ। ਰਾਮਕਲੀ ਰਾਗ ਦਾ ਨਾਮ ਹੈ, ਸਦ ਗੁਰਬਾਣੀ ਦਾ ਨਾਮ ਹੈ। ਰਾਮਕਲੀ ਰਾਗ ਵਿੱਚ ਬਾਬਾ ਸੁੰਦਰ ਜੀ ਸਦ ਉਚਾਰਨ ਕਰ ਰਹੇ ਹਨ। ਜਿਸ ਵੇਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੋਥੀਆਂ ਸਾਹਿਬ ਲੈਣ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਗਏ ਸਨ ਅਤੇ ਬਾਬਾ ਮੋਹਨ ਜੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਵਾਪਸ ਤੁਰਨ ਲੱਗੇ, ਤਦ ਬਾਬਾ ਮੋਹਰੀ ਜੀ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਕਿਰਪਾ ਕਰਕੇ ਆਪ ਜੀ ਮੇਰੇ ਘਰ ਵਿੱਚ ਚਰਨ ਪਾਓ। ਤਦ ਸਤਿਗੁਰੂ ਜੀ ਬਾਬਾ ਮੋਹਰੀ ਜੀ ਦੇ ਪ੍ਰੇਮ ਨੂੰ ਦੇਖ ਕੇ ਉਹਨਾਂ ਦੇ ਘਰ ਚਲੇ ਗਏ। ਬਾਬਾ ਮੋਹਰੀ ਜੀ ਨੇ ਸਤਿਗੁਰਾਂ ਦਾ ਬਹੁਤ ਸਤਿਕਾਰ ਕੀਤਾ ਅਤੇ ਸਤਿਗੁਰਾਂ ਨਾਲ ਪ੍ਰੇਮ ਭਰੇ ਬਚਨ ਬਿਲਾਸ ਕੀਤੇ। ਇਤਨੇ ਨੂੰ ਬਾਬਾ ਮੋਹਰੀ ਜੀ ਦਾ ਸਪੁੱਤਰ ਬਾਬਾ ਆਨੰਦ ਜੀ, ਜਿਹਦੇ ਪ੍ਰਥਾਏ ਕੱਲ ਆਨੰਦ ਸਾਹਿਬ ਬਾਣੀ ਸੰਪੂਰਨ ਹੋਈ ਸੀ, ਅਤੇ ਪੋਤਰਾ ਬਾਬਾ ਸੁੰਦਰ ਜੀ ਦੋਨੋਂ ਹੀ ਆ ਕੇ ਸਤਿਗੁਰਾਂ ਨੂੰ ਮਿਲੇ। ਸਤਿਗੁਰਾਂ ਨੇ ਦੋਨਾਂ ਨੂੰ ਬੜਾ ਪ੍ਰੇਮ ਕੀਤਾ। ਬਾਬਾ ਮੋਹਰੀ ਜੀ ਨੇ ਸਤਿਗੁਰਾਂ ਨੂੰ ਭੋਜਨ ਛਕਾ ਕੇ ਸੁੰਦਰ ਪਲੰਗਾ ਸਾਹਿਬ 'ਤੇ ਆਰਾਮ ਕਰਨ ਲਈ ਕਿਹਾ। ਸਤਿਗੁਰੂ ਜੀ ਨੇ ਕੁਝ ਸਮਾਂ ਆਰਾਮ ਕੀਤਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਨੇ ਪਹਿਲਾਂ ਸ੍ਰੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕੀਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਫਿਰ ਬਾਬਾ ਮੋਹਰੀ ਜੀ ਨੂੰ ਨਾਲ ਲੈ ਕੇ ਬਿਆਸਾ ਨਦੀ 'ਤੇ ਚਲੇ ਗਏ ਅਤੇ ਜਾ ਕੇ ਆਪਣੇ ਮਾਤਾ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਮਾਤਾ ਬੀਬੀ ਭਾਨੀ ਜੀ ਦੇ ਦੇਵਰਿਆਂ ਦੇ ਦਰਸ਼ਨ ਕੀਤੇ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਯਾਦ ਕਰਦਿਆਂ ਅੱਖਾਂ ਵਿੱਚੋਂ ਵੈਰਾਗ ਦਾ ਛਮ ਛਮ ਜਲ ਚੱਲ ਪਿਆ। ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦੇਵਰੇਪੁਰ, ਫਿਰ ਸ੍ਰੀ ਗੁਰੂ ਰਾਮਦਾਸ ਜੀ ਦੇ ਦੇਰੇ 'ਤੇ ਜਾ ਕੇ ਨਮਸਕਾਰ ਕੀਤੀ, ਪਰਿਕਰਮਾ ਕੀਤੀ ਅਤੇ ਚਰਨ ਤੂੜੀ ਮੱਥੇ 'ਤੇ ਲਾਈ। ਫਿਰ ਸਤਿਗੁਰੂ ਜੀ ਨੇ ਕੁਝ ਸਮਾਂ ਉੱਥੇ ਬੈਠ ਕੇ ਵਾਹਿਗੁਰੂ ਦਾ ਜਸ ਕੀਤਾ ਅਤੇ ਕੜਾਹ ਪ੍ਰਸ਼ਾਦ ਮੰਗਵਾ ਕੇ ਅਰਦਾਸ ਕਰਕੇ ਸਾਰਿਆਂ ਨੂੰ ਵਰਤਾਇਆ। ਫਿਰ ਸਤਿਗੁਰਾਂ ਨੇ ਭਾਈ ਸੁੰਦਰ ਜੀ ਨੂੰ ਆਪਣੇ ਪਾਸ ਬੈਠਾ ਵੇਖਿਆ ਅਤੇ ਤੀਜੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦੀ ਕਥਾ ਭੱਲਿਆਂ ਦੇ ਸਾਹਿਬਜ਼ਾਦਿਆਂ ਦੇ ਮੁਖੋਂ ਸੁਣਨੀ ਚਾਹੀ। ਉਸ ਵੇਲੇ ਭਾਈ ਸੁੰਦਰ ਜੀ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਹੇ ਭਾਈ ਸੁੰਦਰ ਜੀ, ਤੁਸੀਂ ਸਾਨੂੰ ਤੀਜੇ ਸਤਿਗੁਰਾਂ ਦੀ ਅੰਤਮ ਸਮੇਂ ਦੇ ਬਚਨ ਸੁਣਾਉਣਾ ਕਰੋ। ਤਦ ਭਾਈ ਸੁੰਦਰ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ, ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਆਗਿਆ ਦਿਓ, ਤਦ ਹੀ ਮੈਂ ਸੁਣਾ ਸਕਦਾ ਹਾਂ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਚੰਗਾ ਭਾਈ ਸੁੰਦਰ ਜੀ, ਤੁਸੀਂ ਸੁਣਾਓ। ਤਦ ਭਾਈ ਸੁੰਦਰ ਜੀ ਕਹਿਣ ਲੱਗੇ ਕਿ ਜੇ ਮੈਂ ਵੱਡਿਆਂ ਤੋਂ ਸਰਵਣ ਕੀਤਾ ਹੈ, ਉਸੇ ਤਰ੍ਹਾਂ ਆਪ ਜੀ ਦੀ ਆਗਿਆ ਅਨੁਸਾਰ ਹੁਣ ਮੈਂ ਸੁਣਾਉਂਦਾ। ਜੋ ਸਦ ਭਾਈ ਸੁੰਦਰ ਜੀ ਨੇ ਸਤਿਗੁਰਾਂ ਦੀ ਅੰਤਮ ਸਮੇਂ ਦਾ ਸੁਣਾਇਆ, ਉਹ ਸਤਿਗੁਰਾਂ ਨੇ ਰਚਨਾ ਆਪ ਬਾਣੀ ਵਿੱਚ ਰਚੀ ਹੈ, ਕਿਉਂਕਿ ਬਾਣੀ ਦੇ ਛੰਦਾਂ ਵਿੱਚੋਂ ਸਤਿਗੁਰਾਂ ਦੀ ਮੁਖਾਰਬਿੰਦ ਦੀ ਰਚਨਾ ਡੁੱਲ ਡੁੱਲ ਕੇ ਰਸ ਪੈਂਦਾ ਹੈ। ਭਾਈ ਸੁੰਦਰ ਜੀ ਦੇ ਸੁਣਾਉਣੇ ਕਰਕੇ ਸਿੱਧ ਦਾ ਨਾਮ ਭਾਈ ਸੁੰਦਰ ਜੀ ਦੇ ਨਾਮ 'ਤੇ ਰੱਖਿਆ। ਬਾਣੀ ਸਤਿਗੁਰਾਂ ਨੇ ਆਪ ਵਿਚਾਰੀ ਹੈ ਆਪ ਦੀ ਬੋਲੀ ਵਿੱਚ, ਤਾਈਓਂ ਤਾਂ ਤੁਰਕੀ ਬਾਣੀ ਹੈ। ਬਾਬਾ ਸੁੰਦਰ ਜੀ ਨੇ ਬਚਨ ਸਲਾਏ ਵਾਰਤਕ ਦੇ ਵਿੱਚ ਉਹਦੀ ਕਵਿਤਾ ਰੂਪ ਬਾਣੀ ਗੁਰੂ ਅਰਜਨ ਸਾਹਿਬ ਨੇ ਆਪ ਬਣਾਈ ਹੈ।
इस बाणी का महात्म दसिया कि जिस प्राणी के अंत वेले इस बाणी का पाठ किया जाएगा वो पुरख जमा दी मारा नहीं खावेगा। धन श्री गुरु अर्जन देव जी ने भाई गुरदास साहब जी के पासों भाई सुंदर जी की रचना तो वार्तक रूप के निकले बचनों को आप सतगुਰਾਂ ने काव्य रचना अनुसार बाणी च पहला मंगल करदियां लिखाउणा कीता। इस तरह जो भगतां की बाणी है मेरी तो भगतां की बाणी ते भी शरधा है भी किसी भगत की बाणी नहीं है। बाणी श्री गुरु अर्जन देव महाराज की हुई है। भगत आके दर्शन दिंदे सन ते गुरु साहिबां नूं सुणाउंदे सन ते महाराज ने फिर उन्हां तो सुन के आप खुद आप रचना बनाई है। इवें सारी तुर की गुरु की बाणी हुई है। बाकी संत भगत भी गुरु साहब का ही रूप हैं। इंज जिस तरह मरदाने की बाणी नहीं है श्लोक मरदाना पहला कल कल वाली काम मद मनुआ पीवनहार ये बाणी श्री गुरु नानक देव जी की है। ताइयों लिखिया श्लोक मरदाना पहला। पहला का भाव है श्री गुरु नानक देव जी का ये शब्द है। मरदाना जी ने तो एक सरोपा दिता है। जिस तरह सरोपा हुंदा तां गुरुद्वारे का है पर जिस दे गल विच पै जावे उसे दा ही बन जाता है। इंज बाणी सतगुरां दी है ते मरदाना जी के नाम से या बाबा सुंदर जी के नाम से उचारी होने करके उन्होंने सिरोपाओ वजों बख्श दी। जिस करके रचना जिहदा सिरोपा गल च पै जाए फिर उसे दा ही बन जाता। इवें बाबे सुंदर की बाणी मन्नी जाती है। श्री गुरु ग्रंथ साहिब जी की रचना वक्त ये रामकली सद सतगुरां ने आनंद साहब तो उपरंत दर्ज करवाई। सद दे कोश अनुसार इस प्रकार अर्थ हैं। सद का अर्थ है पुकार, सद का अर्थ है हाक, सद का अर्थ है आवाज़। उच्ची आवाज़ नाल किसी प्यारे नूं पुकारना ये सद है यानी सदना। एक पुरातन पंजाबी काव्य रूप ही है। इस विच पुराने समय के लोग लम्मी हेक ला के प्यारे नूं संबोधन करते सन। जिवें माही की सद बड़ी मशहूर है। माही कहते ने मझां चराउण वाले नूं ते ग्वाला कहते ने गावां चराउण वाले नूं। खास करके मलवई लाचा बन के मझां दे मगर मगर मोढे ते डांग रख के उच्ची हेक ला के एक हथ कन्न दे रख के ते जादों गाउंदे उहनूं सद कहिंदे। जिवें सुन के सद माही दा मेही पानी काहू मतोने किसे नाल न रलिया काही ते कोई सोख पियोने गया फराक मिलिया मित माही ताही शुक्र की तोने लखी जंगल खालसा आए दीदार दे तोने। इस तरह ये सद बड़ी प्रसिद्ध है। असल दे विच वास्तव दे विच ये सोग भरिया गीत है। कई खुशियां दे गीत हुंदे ने पर यह सोग भरिया गीत भी है जिस विच विछड़े प्यारे नूं संबोधन किया हुंदा है। कई विद्वानां दा विचार है कि सद भी मरसीए वांग किसी की मौत तो बाद लिखिया जाता है। वास्तव दे विच अजई कोई शर्त इस ते लागू नहीं हुंदी। हाँ इस राही थोड़ा जिहा विछोड़ा ते उदासी का प्रभाव जरूर पैंदा है। श्री गुरु ग्रंथ साहिब दे विच रामकली रागनी अंदर सद नां हेठ बाबा सुंदर जी की रचित बाणी दर्ज है। ये रचना श्री गुरु अमरदास महाराज जी के ज्योति जोत समाउण के अवसर पर लिखी गई जापदी है। इस विच सोगी वातावरण नूं दूर करन लई गुरु जी की सिक्ख्या दर्ज है।
ਸੱਦ ਦਾ ਕੋਈ ਖਾਸ ਛੰਦ ਨੀਅਤ ਨਹੀਂ ਹੈ, ਖੁੱਲ੍ਹਾ ਹੀ ਬੋਲਿਆ ਜਾਂਦਾ, ਜਿਸ ਤਰ੍ਹਾਂ ਜੋੜੀ ਦੇ ਖੁੱਲ੍ਹੇ ਬੋਲ ਹੁੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਸੁੰਦਰ ਜੀ ਦੇ ਰਚਿਤ ਸੱਦ ਨੂੰ ਭਾਈ ਕਾਹਨ ਸਿੰਘ ਨਾਭਾ ਨੇ ਹੁਲਾਸ ਛੰਦ ਦਾ ਇੱਕ ਭੇਦ ਦੱਸਿਆ। ਇਸ ਵਿੱਚ 6 ਚਰਨ ਹਨ। ਪਹਿਲੇ ਚਰਨ ਦੀਆਂ 23 ਮਾਤਰਾ, ਦੂਜੇ ਦੀਆਂ 25 ਅਤੇ ਬਾਕੀ ਹਰਕ ਦੀਆਂ 28 ਮਾਤਰਾ ਨੇ। ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਵਿੱਚ ਵੇਖਮ ਪਦ ਸੱਦ ਵੀ ਹੈ। ਇਹਦੇ 3 ਚਰਨ ਹਨ ਅਤੇ 29 ਮਾਤਰਾ ਅਤੇ ਪਹਿਲਾ ਵਿਸ਼ਰਾਮ 17 ਉੱਤੇ ਹੈ। ਜੈਸਾ ਕਿ ਸੁਣ ਕੇ ਸੱਦ ਮਾਹੀ ਦਾ ਮੇਹੀ, ਪਾਣੀ ਕਾਹ ਮਤੋਨੇ, ਕਿਸੇ ਨਾਲ ਨਾ ਰਲੀਆ ਕਾਈ, ਕਾ ਕੋਈ ਸੋਖ ਭਿਓਨੇ। ਜਾਂ ਸੱਦ ਨਾਮ ਪਰਮੇਸ਼ਰ ਦੇ ਸੱਦੇ ਦਾ ਹੁਕਮਨਾਮੇ ਦਾ ਹੈ। ਸੱਦੜੇ ਆਏ ਤਾਂ ਨਾ ਜਾਨੀਆਂ, ਹੁਕਮ ਸੱਚੇ ਕਰਤਾਰੋ, ਬਣਸ ਰਾਗ ਵਿੱਚ ਲਿਖਿਆ। ਸੱਦ ਦਾ ਮਤਲਬ ਜਸ ਵੀ ਹੈ, ਭਾਵ ਇਸ ਬਾਣੀ ਵਿੱਚ ਪਰਮੇਸ਼ਰ ਦਾ ਜਸ ਉਚਾਰਨ ਕਰਦੇ ਨੇ। ਸੱਦ ਇੱਕ ਛੰਦ ਦੀ ਜਾਤੀ ਵੀ ਹੈ। ਸੋ ਗੁਰੂ ਸਾਹਿਬ ਜੀ ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਬੇ ਸੁੰਦਰ ਦੀ ਉਚਾਰੀ ਵਾਰਤਕ ਰਚਨਾ ਨੂੰ ਖੁਦ ਆਪ ਕਾਵ ਰਚਨਾ ਦਿੰਦੇ ਹੋਏ ਬਾਣੀ ਦੇ ਰੂਪ ਦੇ ਵਿੱਚ ਲਿਖਵਾ ਰਹੇ ਹਨ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋਏ ਉਹ ਪਰਮੇਸ਼ਰ ਸਾਰੇ ਜਗ ਸੰਸਾਰ ਦਾ ਦਾਤਾ ਹੈ। ਭਗਤ ਵਤਸਲ ਤਿਹੁ ਲੋਏ ਜੀਓ, ਜੋ ਭਗਤੀ ਕਰਨ ਵਾਲੇ ਜੀਵਾਂ ਨੂੰ ਤਿੰਨਾਂ ਲੋਕਾਂ ਦੇ ਵਿੱਚ ਪਿਆਰ ਕਰਨ ਵਾਲਾ ਹੈ। ਜਿਹੜਾ ਵਛਲ ਸ਼ਬਦ ਹੈ ਬਤਸ ਤੋਂ ਬਣਿਆ। ਬਤਸ ਨਾਮ ਹੈ ਵੱਛੇ ਦਾ। ਜਿਵੇਂ ਗਾਂ ਬੱਚੇ ਨਾਲ ਪ੍ਰੇਮ ਕਰਦੀ ਹੈ, ਇਉਂ ਵਾਹਿਗੁਰੂ ਭਗਤਾਂ ਨਾਲ ਪ੍ਰੇਮ ਕਰਦਾ। ਇਸੇ ਪ੍ਰਕਾਰ ਜਗ ਦਾਤਾ ਸੋਇ, ਉਹ ਸਾਰੇ ਜਗ ਦਾ ਦਾਤਾ ਹੈ। ਭਗਤ ਵਤਸਲ ਤਿਹੁ ਲੋਏ ਜੀਓ, ਜੋ ਭਗਤਾਂ ਦਾ ਵਛਲ ਪਿਆਰਾ ਤੇ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਣ ਵਾਲਾ ਪਰਮੇਸ਼ਰ ਹੈ, ਜਾਂ ਸਾਰੇ ਜਗਤ ਨੂੰ ਜੀ ਦਾਨ ਦੇਣ ਵਾਲਾ ਦਾਤਾ ਹੈ। ਗੁਰ ਸਬਦਿ ਸਮਾਵਾਏ, ਪਰਮੇਸ਼ਰ ਦੇ ਨਾਲ ਕਿੰਝ ਮਿਲਿਆ ਜਾਂਦਾ, ਉਹਦੀ ਬਾਬਤ ਕਥਨ ਕਰਦੇ ਨੇ ਕਿ ਗੁਰੂ ਉਪਦੇਸ਼ ਦੁਆਰਾ ਹੀ ਉਸ ਪਰਮੇਸ਼ਰ ਵਿੱਚ ਸਮਾਇਆ, ਭਾਵ ਅਭੇਦ ਹੋਇਆ ਜਾਂਦਾ ਹੈ। ਅਵਰ ਨਾ ਜਾਣੈ ਕੋਈ ਜੀਓ, ਗੁਰੂ ਉਪਦੇਸ਼ ਤੋਂ ਬਿਨਾ ਉਸ ਨੂੰ ਹੋਰ ਕੋਈ ਵੀ ਜਾਣ ਨਹੀਂ ਸਕਦਾ ਜੀ। ਅਵਰ ਨਾ ਜਾਣੈ ਸ਼ਬਦ ਗੁਰ ਕਾ, ਅਸਲ ਵਿੱਚ ਉਸ ਨੂੰ ਹੋਰ ਕੋਈ ਵੀ ਨਹੀਂ ਜਾਣਦਾ ਜੋ ਗੁਰਾਂ ਦੇ ਉਪਦੇਸ਼ ਜਾਂ ਸ਼ਬਦ ਵਿੱਚ ਮਿਲਦਾ ਹੈ। ਏਕ ਨਾਮ ਧਿਆਵਹਿ, ਅਤੇ ਇੱਕ ਪ੍ਰਭੂ ਦੇ ਸੱਚੇ ਨਾਮ ਨੂੰ ਧਿਆਉਂਦਾ ਉਹੀ ਪਾਉਂਦਾ ਹੈ। ਪ੍ਰਸਾਦਿ ਨਾਨਕ ਗੁਰੂ ਅੰਗਦ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪ੍ਰਭੂ ਦਾ ਨਾਮ ਧਿਆਉਣਾ ਕੀਤਾ। ਪਰਮ ਪਦਵੀ ਪਾਵਹਿ, ਅਤੇ ਗੁਰੂ ਅੰਗਦ ਦੇਵ ਜੀ ਦੇ ਉਪਦੇਸ਼ ਦੁਆਰਾ ਪ੍ਰਭੂ ਨਾਮ ਨੂੰ ਧਿਆ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਵੱਡੀ ਪਦਵੀ ਯਾਨੀ ਗੁਰਤਾ ਗੱਦੀ ਜਾਂ ਬ੍ਰਹਮਾਨੰਦ ਨੂੰ ਪਾਉਣਾ ਕੀਤਾ। ਆਇਆ ਹੰਕਾਰਾ ਚੱਲਣ ਵਾਰਾ, ਉਸ ਵਾਹਿਗੁਰੂ ਦਾ ਸੰਸਾਰ ਤੋਂ ਚਲੇ ਜਾਣ ਵਾਲਾ ਅਤੇ ਸੱਚਖੰਡ ਵਿੱਚ ਪਹੁੰਚਣ ਵਾਲਾ ਸਦਾ ਭਾਵ ਬੁਲਾਵਾ ਆਇਆ ਹੈ। ਹਰਿ ਰਾਮ ਨਾਮ ਸਮਾਇਆ, ਜਿਸ ਰਮੇ ਹੋਏ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਸਾਰੇ ਸਮਾਇਆ ਵਿਆਪਕ ਹੈ।
ਉਸ ਵਾਹਿਗੁਰੂ ਦਾ ਸੰਸਾਰ ਤੋਂ ਚਲੇ ਜਾਣ ਵਾਲਾ ਸੱਦਾ ਪੱਤਰ ਆ ਗਿਆ ਹੈ। ਜਗ ਅਮਰ ਅਟਲ ਅਤੁਲ ਠਾਕੁਰ। ਇਹ ਮਹਾਰਾਜ ਜਿਸ ਦਾ ਸੱਦਾ ਆਇਆ ਹੈ ਉਹ ਵਾਹਿਗੁਰੂ ਕੈਸਾ ਹੈ? ਕਹਿੰਦੇ ਉਹ ਪਰਮੇਸ਼ਰ ਜਗ ਸੰਸਾਰ ਦੇ ਵਿੱਚ ਵੀ ਮਰਨ ਤੋਂ ਰਹਿਤ ਹੈ, ਅਟਲ ਟਲਣ ਤੋਂ ਰਹਿਤ ਹੈ, ਅਤੋਲ ਤੋਲਣ ਮਾਪਣ ਤੋਂ ਰਹਿਤ ਹੈ, ਅਤੇ ਠਾਕੁਰ ਠਾ ਉਤਪਤੀ ਕਰਨ ਵਾਲਾ, ਕੋ ਪਾਲਣਾ ਕਰਨ ਕਰਕੇ, ਅਤੇ ਰੋ ਲੈਤਾ ਕਰਨ ਕਰਕੇ ਸ਼ਿਵਜੀ ਰੋ ਇਉਂ ਸੁਆਮੀ ਹੈ। ਭਗਤ ਤੇ ਹਰਿ ਪਾਇਆ। ਉਸ ਹਰੀ ਪਰਮੇਸ਼ਰ ਨੂੰ ਪ੍ਰੇਮਾ ਭਗਤੀ ਕਰਨ ਤੋਂ ਪਾਉਣਾ ਕਰੀਦਾ ਹੈ। ਹਰਿ ਪਾਣਾ ਗੁਰ ਪਾਇਆ। ਜਦ ਹਰੀ ਪਰਮੇਸ਼ਰ ਦਾ ਜੋਤੀ ਜੋਤ ਸਮਾਉਣ ਭਾਣਾ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਭਾਇਆ ਚੰਗਾ ਲੱਗਿਆ। ਗੁਰ ਜਾਵੈ ਹਰਿ ਪ੍ਰਭ ਪਾਸ ਜੀਓ। ਤਦ ਸਤਿਗੁਰੂ ਜੀ ਹਰੀ ਪਰਮੇਸ਼ਰ ਜੀ ਦੇ ਪਾਸ ਜਾਣ ਲਈ ਤਿਆਰ ਹੋ ਗਏ ਅਤੇ ਸਤਿਗੁਰ ਕਰੇ ਹਰਿ ਪਹਿ ਬੇਨਤੀ। ਫਿਰ ਸਤਿਗੁਰੂ ਅਮਰਦਾਸ ਜੀ ਨੇ ਪਰਮੇਸ਼ਰ ਦੇ ਪਾਸ ਇਹ ਬੇਨਤੀ ਅਰਜ਼ੋਈ ਕੀਤੀ ਕਿ ਹੇ ਪਰਮੇਸ਼ਰ, ਮੇਰੀ ਤਾਂ ਇਹੀ ਅਰਦਾਸ ਬੇਨਤੀ ਹੈ ਕਿ ਮੇਰੀ ਪੈਜ ਰੱਖੋ ਅਰਦਾਸ ਜੀਓ। ਇਹ ਮੇਰੀ ਅਰਦਾਸ ਹੈ ਜੀਓ ਕਿ ਮੇਰੀ ਇੱਜ਼ਤ ਰੱਖਣਾ ਕਰੋ, ਤਾਂ ਜੋ ਗੁਰੂ ਨਾਨਕ ਦਾ ਚਲਾਇਆ ਪ੍ਰੇਮਾ ਭਗਤੀ ਦਾ ਪ੍ਰਵਾਹ ਸਦਾ ਵਾਸਤੇ ਦੁਨੀਆ ਵਿੱਚ ਚੱਲਣਾ ਕਰੇ। ਪੈਜ ਰੱਖੋ ਹਰਿ ਜਨ ਹੈ ਤੇਰੀ। ਸਦਾ ਚੱਲਦਾ ਰਹੇ। ਹੇ ਹਰੀ ਪਰਮੇਸ਼ਰ, ਸਾਡੇ ਦਾਸਾਂ ਦੀ ਲੋਕ ਪਰਲੋਕ ਵਿੱਚ ਇੱਜ਼ਤ ਰੱਖਣਾ ਕਰੋ ਜੀ। ਪੈਸਾ ਕਮਾਉਣਾ ਸੌਖਾ ਹੈ, ਪਰ ਇੱਜ਼ਤ ਦੁਨੀਆ ਵਿੱਚ ਰਹਿ ਕੇ ਬਚਾਉਣੀ ਬੜੀ ਹੀ ਔਖੀ ਹੈ। ਹਾਰ ਦੇਹੁ ਨਾਮ ਨਿਰੰਜਨੋ। ਅਤੇ ਹੇ ਹਰੀ ਪਰਮੇਸ਼ਰ, ਸਾਨੂੰ ਆਪਣਾ ਸ਼ੁੱਧ ਨਾਮ ਜਪਣ ਵਾਸਤੇ ਬਖਸ਼ ਦੇਣਾ ਕਰੋ, ਜਾਂ ਮਾਇਆ ਕਾਲਖ ਤੋਂ ਰਹਿਤ ਆਪਣੇ ਸ਼ੁੱਧ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਅੰਮ੍ਰਿਤ ਨਾਮ ਬਖਸ਼ਿਸ਼ ਕਰ ਦੇਣਾ ਕਰੋ ਜੀ। ਅੰਤੇ ਚੱਲਦਿਆ ਹੋਏ ਬੇਲੀ। ਜੋ ਨਾਮ ਅਖੀਰ ਪ੍ਰਾਣਾਂ ਦੇ ਵਿਯੋਗ ਸਮੇਂ ਪਰਲੋਕ ਦੇ ਰਸਤੇ ਵਿੱਚ ਚੱਲਦਿਆਂ ਨਾਲ ਬੇਲੀ ਸਹਾਇਕ ਹੁੰਦਾ ਹੈ। ਜਮਦੂਤ ਕਾਲ ਨਿਖੰਜਨੋ। ਅਤੇ ਜੋ ਯਮ ਦੇ ਦੂਤ ਕਾਲ ਕਰਨ ਲਈ ਆਉਂਦੇ ਨੇ, ਤਿੰਨਾਂ ਦਾ ਨਾਸ਼ ਕਰਨੇ ਵਾਲਾ ਹੈ। ਸਤਿਗੁਰੂ ਕੀ ਬੇਨਤੀ ਪਾਈ। ਜਿਹੜੀ ਸਤਿਗੁਰੂ ਸਾਹਿਬ ਜੀ ਨੇ ਲੋਕ ਪਰਲੋਕ ਦੇ ਵਿੱਚ ਪੈਜ ਰੱਖਣ ਦੀ, ਜਾਂ ਨਾਮ ਜਪਣ ਜਪਾਉਣ ਵਾਲੀ, ਜਾਂ ਜੋਤੀ ਜੋਤ ਸਮਾਉਣ ਦੀ ਬੇਨਤੀ ਅਰਜ਼ੋਈ ਪਾਉਣਾ ਕੀਤੀ ਸੀ। ਹਰਿ ਪ੍ਰਭ ਸੁਣੀ ਅਰਦਾਸ ਜੀਓ। ਜਿਵੇਂ ਐਪਲੀਕੇਸ਼ਨ ਦੇਈ ਦੀ ਹੈ, ਇਉਂ ਜਦ ਅਰਦਾਸ ਪਾਈ ਵਾਹਿਗੁਰੂ ਜੀ ਦੇ ਘਰ, ਤਾਂ ਉਹ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਅਰਦਾਸ ਬੇਨਤੀ ਸੁਣ ਲੈਣਾ ਕੀਤੀ। ਐਪਲੀਕੇਸ਼ਨ ਮਹਾਰਾਜ ਨੇ ਸੁਣੀ, ਪੜ੍ਹ ਲਈ। ਭਾਵ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ, ਕਿਉਂਕਿ ਸਤਿਗੁਰੂ ਜੀ ਦੀ ਉਮਰ ਟੋਟਲ ਵਾਹਿਗੁਰੂ ਜੀ ਦੇ ਘਰ 111 ਸਾਲ ਲਿਖੀ ਹੋਈ ਸੀ। ਸਤਿਗੁਰੂ ਜੀ ਨੇ ਅਰਦਾਸ ਪਾਈ, ਵਾਹਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਵਾਹਿਗੁਰੂ ਜੀ, ਹੁਣ ਮੈਂ ਇਸ ਤੋਂ ਬਾਅਦ ਸੰਸਾਰ ਵਿੱਚ ਰਹਿਣਾ ਨਹੀਂ ਚਾਹੁੰਦਾ, ਅਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਾਂ ਦੇਣਾ ਚਾਹੁੰਦਾ ਹਾਂ, ਕਿਉਂਕਿ ਬਹੁਤ ਚੰਗੇ ਗੁਰਮੁਖ ਹਨ, ਇਹਨਾਂ ਬੜੀ ਸੇਵਾ ਕੀਤੀ ਹੈ, ਮੇਰੇ ਆਖੇ ਲੱਗੇ ਨੇ। ਅਤੇ ਮੇਰੀ ਬੇਨਤੀ ਹੈ ਕਿ ਬਾਕੀ ਜਿਹੜੀ 105 ਸਾਲ ਮੈਂ ਉਮਰ ਭੋਗ ਲਈ ਹੈ, ਅਤੇ ਬਾਕੀ ਜਿਹੜੀ 6 ਸਾਲ ਬਚਦੀ ਹੈ, ਇਹਨਾਂ ਨੂੰ ਅਰਦਾਸ ਕਰਦਾ ਹਾਂ, ਇਹਨਾਂ ਨੂੰ ਮੇਰੀ ਉਮਰ ਲੱਗ ਜਾਏ। ਤਾਂ ਵਾਹਿਗੁਰੂ ਜੀ ਨੇ ਉਹ ਬੇਨਤੀ ਪ੍ਰਵਾਨ ਕਰ ਲਈ ਕਿ ਤੁਸੀਂ ਖੁਦ ਆਪ ਹੀ ਗੁਰੂ ਪਰਮੇਸ਼ਰ ਹੋ, ਜਿਸ ਤਰ੍ਹਾਂ ਤੁਹਾਡੀ ਖੁਸ਼ੀ ਮਰਜ਼ੀ ਹੈ।
ਆਮਣ ਜਾਣਾ ਹੁਕਮ ਦਸੇ ਕਾ ਹੁਕਮ ਬੁਝ ਸਮਾਵੇਂਗੇ। ਆਪ ਜੀ ਦਾ ਜਿਵੇਂ ਹੁਕਮ ਹੈ ਤੁਸੀਂ ਆਓ ਜੀ ਆਇਆਂ ਨੂੰ। ਇੱਥੇ ਵੀ ਆਪ ਜੀ ਲਈ ਸਿੰਘਾਸਨ ਹੈ ਅਤੇ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਾਂ ਦਿਓ। ਇਉਂ ਬਾਕੀ 6 ਸਾਲ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ ਕੇ, ਨਾਲ ਗੁਰਤਾ ਗੱਦੀ ਬਖਸ਼ ਕੇ, ਨਾਲ ਰਿੱਧੀਆਂ ਸਿੱਧੀਆਂ ਤਿੰਨਾਂ ਲੋਕਾਂ ਦੀ ਮਾਇਆ ਬਖਸ਼ ਕੇ, ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲੀ ਜਗ੍ਹਾ ਬਖਸ਼ ਕੇ, ਸਭ ਕੁਛ ਹੀ ਦੇ ਕੇ ਅਤੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ। ਵੇਖੋ ਕਿੰਨੇ ਦਿਆਲੂ ਕਿਰਪਾਲੂ ਨੇ। ਅਸੀਂ ਬੋਝੀ ਵਿੱਚੋਂ ਕਿਸੇ ਨੂੰ ਪੈਸੇ ਦੇ ਸਕਦੇ ਹਾਂ ਪਰ ਆਪ ਦੀ ਉਮਰ ਨਹੀਂ ਦੇ ਸਕਦੇ। ਸਗੀ ਮਾਂ ਪੁੱਤ ਨੂੰ ਨਹੀਂ ਅਰਦਾਸ ਕਰ ਸਕਦੇ। ਰੋਏ ਜਿੰਨਾ ਮਰਜ਼ੀ ਤੋ ਜਿੰਨਾ ਮਰਜ਼ੀ ਕਿਸੇ ਨਾਲ ਪਿਆਰ ਹੋਵੇ, ਆਪ ਦੀ ਉਮਰ ਨਹੀਂ ਆਪਾਂ ਦਿਆਂਗੇ। ਇਹ ਧੰਨ ਗੁਰੂ ਅਮਰਦਾਸ ਜੀ ਦੀ ਦਿਆਲਤਾ ਵੇਖੋ ਕਿ ਤਈਏ ਤਾਪ ਨਾਲ ਇੱਕ ਮਾਈ ਦਾ ਪੁੱਤ ਸ਼ਾਂਤ ਹੋਇਆ, ਉਹਨੂੰ ਜਿਉਂਦਾ ਕਰਤਾ। ਫਿਰ ਜਿੰਨਾ ਚਿਰ ਗੁਰਤਾ ਗੱਦੀ 'ਤੇ ਰਹੇ ਕਿਸੇ ਨੂੰ ਮਰਨ ਨਹੀਂ ਦਿੱਤਾ। ਯਾਨੀ ਕਿਸੇ ਪੁੱਤਰ ਦੇ ਹੁੰਦਿਆਂ ਮਾਂ ਦੁਖੀ ਨਾ ਹੋਵੇ ਅਤੇ ਇਉਂ ਮਾਂ ਦੇ ਹੁੰਦਿਆਂ ਕੋਈ ਪੁੱਤ ਚੜ੍ਹਾਈ ਨਹੀਂ ਕੀਤਾ, ਬਲਕਿ ਪਸ਼ੂ ਪੰਛੀ ਵੀ ਨਹੀਂ ਮਰਿਆ ਅਤੇ ਜਾਂਦੀ। ਬਾਕੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਮਰ ਥੋੜ੍ਹੀ ਸੀਗੀ। ਆਖਿਆ ਬੀਬੀ ਭਾਨੀ ਤੂੰ ਗੱਦੀ ਤਾਂ ਲੈ ਲਈ ਹੈ, ਪਰ ਤੈਨੂੰ ਪਤਾ ਵੀ ਜੇ ਤੇਰਾ ਪਤੀ ਚੜ੍ਹਾਈ ਕਰ ਗਿਆ ਫਿਰ ਕੀ ਕਰੇਂਗੀ? ਕਹਿੰਦੇ ਜੀ ਕਰਨਾ ਕੀ ਆ, ਚਿੱਟਾ ਦੁਪੱਟਾ ਪਹਿਲਾਂ ਵੀ ਲੈਂਦੇ ਆ ਅਤੇ ਗੁਰੂ ਰਾਮਦਾਸ ਜੀ ਤੋਂ ਬਾਅਦ ਵੀ ਚਿੱਟਾ ਦੁਪੱਟਾ ਲੈ ਕੇ ਤੁਹਾਡੇ ਘਰ ਦੇ ਭਾਂਡੇ ਮਾਂਜਾਂਗੇ। ਇਸੇ ਤਰ੍ਹਾਂ ਹੀ ਸੇਵਾ ਕਰਕੇ ਭਾਣਾ ਮੰਨਾਂਗੇ। ਕਹਿੰਦੇ ਧੰਨ ਹੈ ਤੂੰ ਬੀਬੀ ਜਿਹਨੇ ਵਾਹਿਗੁਰੂ ਦੇ ਪਾਣੀ ਨੂੰ ਜਾਣ ਲਿਆ। ਚੱਲ ਆਪਾਂ ਬਥੇਰੀ ਉਮਰ ਭੋਗ ਲਈ, ਬੜਾ ਕੁਝ ਵੇਖਿਆ। ਤੇਰੇ ਪਤੀ ਨੂੰ ਮੈਂ ਉਮਰ ਵੀ ਅਰਦਾਸ ਕਰਦਾ। ਇਉਂ ਦਿਆਲੂ ਕਿਰਪਾਲੂ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਹਰ ਪ੍ਰਭ ਸੁਣੀ ਅਰਦਾਸ ਜੀਓ। ਜੋ ਐਪਲੀਕੇਸ਼ਨ ਵਾਹਿਗੁਰੂ ਦੇ ਘਰ ਲਾਈ ਸੀ ਕਿ ਮੈਂ ਆਪ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਅਰਦਾਸ ਕਰਕੇ ਤੁਹਾਡੇ ਚਰਨਾਂ ਵਿੱਚ ਆਉਣਾ ਚਾਹੁੰਦਾ, ਅਤੇ ਮਹਾਰਾਜ ਵਾਹਿਗੁਰੂ ਜੀ ਨੇ ਪ੍ਰਵਾਨ ਕਰ ਲਈ ਕਿ ਆਓ ਜੀਓ ਆਇਆਂ ਨੂੰ। ਅਤੇ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾ ਗਏ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਹਰ ਧਾਰ ਕਿਰਪਾ ਸਤ ਗੁਰ ਮਿਲਾਇਆ। ਉਸ ਵੇਲੇ ਹਰੀ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਧਾਰ ਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਸਰੂਪ ਦੇ ਨਾਲ ਮਿਲਾ ਲਿਆ। ਧੰਨ ਧੰਨ ਕਹੈ ਸਾਬਾਸ ਜੀਓ। ਤਦ ਅਸੀਂ ਮਨ ਕਰਕੇ ਵੀ ਧੰਨ ਕਹਿੰਦੇ ਹਾਂ, ਬਾਣੀ ਕਰਕੇ ਵੀ ਧੰਨ ਕਹਿੰਦੇ ਆ, ਅਤੇ ਸਰੀਰ ਕਰਕੇ ਵੀ ਹਰੀ ਪਰਮੇਸ਼ਰ ਜੀ ਨੂੰ ਧੰਨਤਾ ਦੇ ਯੋਗ ਕਹਿਣਾ ਕੀਤਾ। ਇਸੇ ਪ੍ਰਕਾਰ ਜਦ ਭਾਈ ਮੋਹਰੀ ਜੀ ਨੂੰ ਪਤਾ ਲੱਗਿਆ ਕਿ ਹਰ ਭਾਣਾ ਗੁਰ ਪਾਇਆ, ਪਰਮੇਸ਼ਰ ਦਾ ਭਾਣਾ ਗੁਰੂ ਸਾਹਿਬ ਜੀ ਨੂੰ ਭਾਉਂਦਾ ਹੈ। ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਅਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾ ਕੇ ਹਰੀ ਪਰਮੇਸ਼ਰ ਜੀ ਦੇ ਪਾਸ ਜਾਣਾ ਚਾਹੁੰਦੇ ਹਨ। ਸਤਿਗੁਰ ਕਰੇ ਅਰਪਹਿ ਬੇਨਤੀ। ਤਾਂ ਉਸ ਵੇਲੇ ਭਾਈ ਮੋਹਰੀ ਜੀ ਨੇ ਸਤਿਗੁਰੂ ਅਮਰਦਾਸ ਜੀ ਨੂੰ ਹਰੀ ਪਰਮੇਸ਼ਰ ਦਾ ਸਰੂਪ ਸਮਝ ਕੇ ਸਤਿਗੁਰਾਂ ਦੇ ਪਾਸ ਬੇਨਤੀ ਅਰਜ਼ੋਈ ਕੀਤੀ ਕਿ ਹੇ ਗੁਰੂ ਸਾਹਿਬ ਜੀ, ਮੇਰੀ ਪੈਜ ਰਖੋ ਅਰਦਾਸ ਜੀਓ। ਮੇਰੀ ਆਪ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਹੈ। ਆਪ ਜੀ ਕਿਰਪਾ ਕਰਕੇ ਲੋਕ ਪਰਲੋਕ ਵਿੱਚ ਮੇਰੀ ਪੈਜ ਇੱਜ਼ਤ ਪਤ ਰੱਖਣਾ ਕਰੋ ਜੀ, ਕਿਉਂਕਿ ਪੈਜ ਰਖੋ ਅਰਜਨ ਹੈ ਗੇਰੀ। ਸੋ ਹੇ ਹਰੀ ਸਰੂਪ ਸਤਿਗੁਰੂ ਜੀ, ਸਾਡੀ ਆਪਣੇ ਦਾਸਾਂ ਦੀ ਪੈਜ ਇੱਜ਼ਤ ਰੱਖਣਾ ਕਰੋ। ਹਰ ਦੇਹੁ ਨਾਮ ਨਿਰੰਜਨ, ਅਤੇ ਹਰੀ ਪਰਮੇਸ਼ਰ ਦਾ ਸ਼ੁੱਧ ਨਾਮ ਜਪਣ ਵਾਸਤੇ ਸਾਨੂੰ ਦੇਣਾ ਬਖਸ਼ਿਸ਼ ਕਰਨਾ ਕਰੋ। ਸਤਿਗੁਰੂ ਜੀ ਭਾਈ ਮੋਹਰੀ ਜੀ ਨੂੰ ਕਹਿਣ ਲੱਗੇ, ਹੇ ਭਾਈ ਮੋਹਰੀ ਜੀ, ਤੁਸੀਂ ਨਾਮ ਕੀ ਕਰਨਾ ਹੈ? ਤਦ ਭਾਈ ਮੋਹਰੀ ਜੀ ਨੇ ਬੇਨਤੀ ਕੀਤੀ,
ਉਹ ਅੱਗੇ ਫਰਮਾਉਂਦੇ ਹਨ। ਅੰਤ ਚੱਲਦਿਆ ਹੋਏ ਬੇਲੀ। ਇਹ ਸਤਿਗੁਰੂ ਜੀ ਅਖੀਰਲੇ ਸਮੇਂ ਦੁਨੀਆ ਤੋਂ ਚੱਲਦਿਆਂ ਪਰਲੋਕ ਵਿੱਚ ਨਾਮ ਜਪਿਆ ਹੀ ਸਹਾਇਕ ਹੋਵੇਗਾ। ਜਮਦੂਤ ਕਾਲ ਨਿਖੰਜਨ। ਅਤੇ ਜਪਿਆ ਹੋਇਆ ਨਾਮ ਅਜ਼ਰਾਈਲ, ਮੇਕਾਈਲ ਆਦਿਕ ਯਮਦੂਤਾਂ ਤੇ ਕਾਲ ਨੂੰ ਨਾਸ਼ ਕਰੇਗਾ। ਇਸ ਕਰਕੇ ਮੈਂ ਨਾਮ ਜਪਣਾ ਮੰਗਦਾ ਹਾਂ ਜੀ। ਸਤਿਗੁਰੂ ਕੀ ਬੇਨਤੀ ਪਾਈ। ਜਿਹੜੀ ਭਾਈ ਮੋਹਰੀ ਜੀ ਦੀ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਅਰਜ਼ੋਈ ਪਾਉਣਾ ਕੀਤੀ ਸੀ। ਹਰ ਪ੍ਰਾਪਤ ਸੁਣੀ ਅਰਦਾਸ ਜੀਓ। ਉਹ ਅਰਦਾਸ ਬੇਨਤੀ ਹਰੀ ਪਰਮੇਸ਼ਰ ਦਾ ਸਰੂਪ ਸਤਿਗੁਰੂ ਅਮਰਦਾਸ ਮਹਾਰਾਜ ਨੇ ਸੁਣੀ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੋਗੀ ਅੰਤਰ ਗੁਰ ਨਾਨਕ ਕੀ ਵਡਿਆਈ। ਹਰੀ ਪਰਮੇਸ਼ਰ ਸਰੂਪ ਗੁਰਾਂ ਨੇ ਮੇਰ ਭਰੀ ਦ੍ਰਿਸ਼ਟੀ ਧਾਰਨ ਕਰਕੇ ਭਾਈ ਮੋਹਰੀ ਜੀ ਦੇ ਤਾਈਂ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ। ਧੰਨ ਧੰਨ ਕਹੈ ਸਾਬਾਸ ਜੀਓ। ਫਿਰ ਸਾਰੀਆਂ ਸੰਗਤਾਂ ਕਹਿ ਉੱਠੀਆਂ ਕਿ ਧੰਨ ਭਾਈ ਮੋਹਰੀ ਜੀ, ਧੰਨ ਭਾਈ ਮੋਹਰੀ ਜੀ, ਧੰਨਤਾ ਦੇ ਯੋਗ ਹਨ। ਜਾਂ ਇਸੇ ਪ੍ਰਕਾਰ ਧੰਨ ਧੰਨ ਕਹੈ ਸਾਬਾਸ ਜੀਓ। ਭਾਈ ਮੋਹਰੀ ਜੀ ਨੇ ਮਨ ਕਰਕੇ ਵੀ ਸਤਿਗੁਰਾਂ ਨੂੰ ਧੰਨਤਾ ਦੇ ਯੋਗ ਕਿਹਾ, ਸਰੀਰ ਕਰਕੇ ਵੀ ਧੰਨਤਾ ਦੇ ਯੋਗ ਕਿਹਾ ਅਤੇ ਬਾਣੀ ਕਰਕੇ ਵੀ ਧੰਨਤਾ ਦੇ ਯੋਗ ਕਿਹਾ। ਫਿਰ ਸਤਿਗੁਰਾਂ ਨੇ ਸਾਰੇ ਪਰਿਵਾਰ ਤੇ ਸਿੱਖਾਂ ਨੂੰ ਬੁਲਾ ਕੇ ਇਹ ਬਚਨ ਸਮਝਾਏ। ਮੇਰੇ ਸਿੱਖ ਸੁਣੋ ਪੁੱਤ ਭਾਈਓ। ਇਹ ਮੇਰੇ ਸਿੱਖੋ, ਭਾਈ ਮੋਹਰੀ ਜੀ ਆਦਿਕ ਪੁੱਤੋ ਤੇ ਭਰਾਵੋ, ਤੁਸੀਂ ਸੁਣਨਾ ਕਰੋ। ਮੇਰਾ ਹਰ ਭਾਣਾ। ਮੇਰੇ ਭਾਵ ਸਾਡੇ ਹਰੀ ਪਰਮੇਸ਼ਰ ਦਾ ਇਹ ਭਾਣਾ ਭਾਵ ਹੁਕਮ ਹੈ, ਜਾਂ ਸਾਡੇ ਪਰਮੇਸ਼ਰ ਨੂੰ ਇਹੀ ਪਾਉਂਦਾ ਹੈ ਕਿ ਆਓ ਮੈਂ ਪਾਸ ਜੀਓ। ਕਿ ਹੁਣ ਮੇਰੇ ਪਾਸ ਆਉਣਾ ਕਰੋ। ਉਹਨਾਂ ਨੇ ਮੈਨੂੰ ਬੁਲਾ ਲਿਆ ਹੈ। ਹਰ ਪ੍ਰਾਣਾ ਗੁਰ ਪਾਇਆ। ਪਰਮੇਸ਼ਰ ਦਾ ਹੁਕਮ ਮੰਨਣਾ ਸਤਿਗੁਰੂ ਜੀ ਕਹਿੰਦੇ ਸਾਨੂੰ ਚੰਗਾ ਲੱਗਦਾ ਹੈ। ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ। ਕਿਉਂਕਿ ਮੇਰਾ ਹਰੀ ਪਰਮੇਸ਼ਰ ਮੈਨੂੰ ਧੰਨਤਾ ਦੇ ਯੋਗ ਬਣਾਉਣਾ ਕਰੇਗਾ ਜੀ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਲੋਕਾਂ ਨੂੰ ਮੌਤ ਹੀ ਪੈ ਜਾਂਦੀ ਜੇ ਮਰਨ ਦਾ ਨਾਂ ਸੁਣਨ, ਬਿਨਾਂ ਹੀ ਮਰਨ ਤੋਂ ਮਰਿਆ ਸਮਝਦੇ। ਪਰ ਜਿਹੜੇ ਸੰਤ ਭਗਤ ਰੱਬ ਦੇ ਪਿਆਰੇ ਗੁਰੂ ਸਾਹਿਬ ਜੀ ਮਰਨ ਨੂੰ ਮਰਨਾ ਨਹੀਂ ਕਹਿ ਰਹੇ। ਉਹ ਤਾਂ ਵਾਹਿਗੁਰੂ ਵਿੱਚ ਅਭੇਦ ਹੋ ਕੇ ਪਰਮਾਨੰਦ ਦੀ ਖੁਸ਼ੀ ਮਨਾ ਰਹੇ ਹਨ। ਭਗਤ ਸਤਿਗੁਰ ਪੁਰਖ ਸੋਈ। ਸਿੱਖਾਂ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਭਾਣਾ ਮੰਨਣ ਵਾਲਾ ਕੌਣ ਹੁੰਦਾ ਹੈ? ਤਾਂ ਗੁਰੂ ਸਾਹਿਬ ਕਹਿਣ ਲੱਗੇ ਉਹ ਭਗਤ ਹੁੰਦਾ ਹੈ। ਭਾਈ ਭਗਤ ਉਹ ਹੁੰਦਾ ਜਿਹੜਾ ਭਾਣਾ ਮੰਨੇ, ਅਤੇ ਸੱਚਾ ਗੁਰੂ ਵੀ ਉਹੀ ਹੈ ਜਿਹੜਾ ਭਾਣੇ ਦਾ ਮਾਲਕ ਹੋਵੇ, ਭਾਣਾ ਮੰਨੇ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਪੁਰਖ ਸੋਈ, ਅਤੇ ਪੂਰਨ ਪੁਰਖ ਵੀ ਉਹੀ ਹੈ ਜਿਹੜਾ ਵਾਹਿਗੁਰੂ ਜੀ ਦਾ ਭਾਣਾ ਮੰਨੇ। ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਸਤਿਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਦਾ ਭਾਣਾ, ਵਾਹਿਗੁਰੂ ਜੀ ਦਾ ਭਾਣਾ ਸਿਰ ਮੱਥੇ ਮੰਨਦਾ, ਉਹੀ ਸਾਡਾ ਸਿੱਖ ਹੈ, ਉਹੀ ਗੁਰੂ ਦਾ ਸਿੱਖ ਹੈ, ਉਹੀ ਗੁਰੂ ਦਾ ਮਿੱਤਰ ਹੈ,
ਉਹੀ ਗੁਰੂ ਦਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਜੀ ਦੀ ਰਜ਼ਾ ਵਿੱਚ ਤੁਰਦਾ। ਆਪਣੇ ਭਾਣੇ ਜੋ ਚੱਲੇ ਭਾਈ। ਹੇ ਭਰਾਵੋ, ਜਿਹੜਾ ਮਨੁੱਖ ਆਪਦੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ, ਵਿਛੜ ਚੋਟਾਂ ਖਾਵੇ, ਉਹ ਪ੍ਰਭੂ ਤੋਂ ਵਿਛੜ ਕੇ ਜਮਾਂ ਦੀਆਂ ਚੋਟਾਂ ਖਾਰ ਦਿੰਦਾ, ਦੁੱਖ ਸਹਾਰਦਾ। ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਪਛੋਤਾਵੇ। ਸਤਿਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ, ਭਾਣਾ ਮੰਨਣ ਤੋਂ ਬਿਨਾਂ ਮਨੁੱਖ ਕਦੇ ਵੀ ਸੁੱਖ ਨਹੀਂ ਪਾ ਸਕਦਾ। ਜੇ ਭਾਣਾ ਨਾ ਵੀ ਮੰਨਾਂਗੇ ਤਾਂ ਭਾਣਾ ਹੋ ਹੀ ਜਾਣਾ, ਆਪਾਂ ਦੁਖੀ ਹੋਵਾਂਗੇ। ਜੇ ਮੰਨ ਲਾਂਗੇ ਤਾਂ ਸੁਖੀ ਰਹਾਂਗੇ, ਅਤੇ ਜਿਹੜਾ ਨਹੀਂ ਮੰਨਦਾ ਉਹ ਮੁੜ ਮੁੜ ਦੁਖੀ ਹੋ ਕੇ ਪਛਤਾਉਂਦਾ ਹੈ। ਹਰਿ ਕੇ ਦਾਸ ਸੁਹੇਲੇ ਭਾਈ। ਇਹ ਮੇਰੇ ਭਰਾਵੋ, ਜੋ ਹਰੀ ਪ੍ਰਮਾਤਮਾ ਦੇ ਦਾਸ ਭਗਤ ਜਨ ਨੇ, ਉਹ ਭਾਣਾ ਮੰਨਣ ਕਰਕੇ ਸੁਖੀ ਜੀਵਨ ਬਤੀਤ ਕਰਦੇ ਨੇ। ਜਨਮ ਜਨਮ ਕੇ ਕਿਲ ਬਿਗ ਦੁੱਖ ਕਾਟੇ, ਆਪੇ ਮਿਲ ਮਿਲਾਈ। ਜਿਸ ਕਰਕੇ ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਕਿਲ ਬਿਗ ਵਜਰ ਪਾਪ ਅਤੇ ਦੁੱਖ ਮਹਾਰਾਜ ਕੱਟ ਕੇ ਭਾਣਾ ਮੰਨਣ ਵਾਲਿਆਂ ਨੂੰ ਆਪ ਦੇ ਸਰੂਪ ਦੇ ਨਾਲ ਮਿਲਾ ਲੈਂਦਾ ਹੈ। ਸਤਿਗੁਰਾਂ ਦਾ ਭਗਤ ਅਤੇ ਸਤਿਗੁਰਾਂ ਦਾ ਪੂਰਨ ਸਿੱਖ ਉਹੀ ਹੈ। ਸੋ ਮਹਾਰਾਜ ਕਹਿੰਦੇ ਨੇ, ਜਿਸ ਹਰਿ ਭਾਣਾ ਭਾਵੈ, ਇੱਕ ਅੱਖਰ ਛੁੱਟ ਗਿਆ ਵਿੱਚੋਂ, ਜਿਸ ਹਰਿ ਪ੍ਰਭ ਭਾਣਾ ਭਾਵੈ, ਜਿਸ ਨੂੰ ਪ੍ਰਭ ਨਾਮ ਹੈ ਵੱਡੇ ਦਾ। ਸੋ ਵੱਡੇ ਹਰੀ ਪਰਮੇਸ਼ਰ ਦਾ ਭਾਣਾ ਜਿਹੜਾ ਹੁਕਮ ਮੰਨਣਾ ਉਹ ਚੰਗਾ ਲੱਗਦਾ ਹੈ। ਵੱਡਾ ਸਾਹਿਬ ਉੱਚਾ ਥਾਓ। ਵੱਡਾ ਕੌਣ ਹੈ? ਸਾਹਿਬ ਮਾਲਕ ਪਰਮਾਤਮਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਾ ਰਾਖੀ ਮੇਰੀ। ਸਤਿਗੁਰੂ ਜੀ ਭਾਣਾ ਮੰਨਣਾ ਕੀ ਲਾਭ ਪ੍ਰਾਪਤ ਹੁੰਦਾ ਹੈ? ਤਾਂ ਗੁਰੂ ਸਾਹਿਬ ਉੱਤਰ ਬਖਸ਼ਦੇ ਹਨ। ਆਨੰਦ ਅਨਹਦ ਵਜਹਿ ਬਾਜੇ। ਭਾਣਾ ਮੰਨਣ ਵਾਲੇ ਦੇ ਹਿਰਦੇ ਅੰਦਰ ਆਨੰਦ ਸੁਖ, ਆਨੰਦ ਸਰੂਪ ਪਰਮੇਸ਼ਰ ਦੇ ਅਨਹਦ ਇੱਕ ਰਸ ਜਸ ਰੂ ਵਾਜੇ ਵੱਜਦੇ ਹਨ। ਹਰਿ ਆਪ ਗਲ ਮਿਲਾਵੇ। ਹਰ ਹਰੀ ਪਰਮੇਸ਼ਰ ਆਪ ਸਰਗੁਣ ਸਰੂਪ ਧਾਰ ਕੇ ਆਪਣੇ ਗਲ ਦੇ ਨਾਲ, ਕੰਠ ਦੇ ਨਾਲ ਉਹਨਾਂ ਗੁਰਮੁਖਾਂ ਨੂੰ ਮਿਲਾ ਲੈਂਦਾ ਹੈ, ਜਾਂ ਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਮੇਲ ਲੈਂਦਾ ਹੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਤੁਸੀਂ ਮੇਰੇ ਪੁੱਤਰ ਬਾਬਾ ਮੋਹਰੀ ਜੀ, ਭਾਈ ਭਰਾ ਬਾਬਾ ਈਸ਼ਰ ਜੀ, ਈਸ਼ਰ ਦਾਸ ਜੀ, ਅਤੇ ਬਾਕੀ ਸਾਰਾ ਮੇਰਾ ਪਰਿਵਾਰ ਆਦਿਕ। ਮਨ ਵੇਖਾਹੋ ਕਰ ਨਿਰਜਾਸ ਜੀਓ। ਇਹ ਧਿਆਦਿਕ ਬਾਕੀ ਸਾਰਾ ਮੇਰਾ ਪਰਿਵਾਰ ਸਾਰੇ ਹਿਰਦੇ ਵਿੱਚ ਨਿਰਣਾ ਕਰਕੇ ਤੁਸੀਂ ਦੇਖ ਲਵੋ ਜੀ। ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ। ਜੋ ਮੁੱਢੋਂ ਪਰਮੇਸ਼ਰ ਵੱਲੋਂ ਜੋਤੀ ਜੋਤ ਸਮਾਉਣ ਦਾ ਹੁਕਮ ਲਿਖਿਆ ਆ ਗਿਆ ਹੈ, ਉਹ ਅਸੀਂ ਮੋੜਨਾ ਨਹੀਂ ਹੈ, ਫੇਰਨਾ ਨਹੀਂ ਹੈ। ਗੁਰ ਜਾਏ ਹਰਿ ਪ੍ਰਭ ਪਾਸ ਜੀਓ। ਸਤਿਗੁਰਾਂ ਨੇ ਕਿਹਾ ਕਿ ਅਸੀਂ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਜੀ ਦੇ ਪਾਸ, ਉਹਦੇ ਕੋਲ ਜਾਣਾ ਕਰਾਂਗੇ। ਜਿਹੜੀ ਬੀਬੀ ਸੋ ਜਦ ਵਿਆਹੀ ਜਾਂਦੀ ਹੈ ਅਤੇ ਜਦ ਉਹਦੇ ਮਨ ਵਿੱਚ ਯਾਦ ਆਉਂਦੀ ਹੈ ਆਪਦੇ ਮਾਤਾ ਪਿਤਾ ਭੈਣ ਭਰਾਵਾਂ ਦੀ, ਅਤੇ ਪੇਕੇ ਵਾਪਸ ਆਉਣ ਦਾ ਉਹਨੂੰ ਬੜਾ ਚਿੱਤ ਵਿੱਚ ਚਾਅ ਹੁੰਦਾ ਹੈ, ਕਿਉਂਕਿ ਕਾਫੀ ਉਮਰ ਮਾਤਾ ਪਿਤਾ ਦੇ ਕੋਲ ਗੁਜ਼ਾਰੀ। ਇੰਝ ਸਮਝ ਲਓ ਕਿ ਮਾਂ ਪਿਓ ਰੂਪ ਪਰਮੇਸ਼ਰ ਦੇ ਕੋਲ ਜਾਣ ਦਾ ਗੁਰੂ ਅਮਰਦਾਸ ਦੇ ਮਨ ਵਿੱਚ ਬੜਾ ਚਾਅ ਹੈ, ਜਾਂ ਇੱਕ ਅਲੰਕਾਰ ਹੈ, ਭਾਵੇਂ ਸਹੁਰਾ ਘਰ ਕਹਿ ਲਓ। ਤੋ ਜਿਵੇਂ ਵਿਆਹੀ ਬੀਬੀ ਨੂੰ ਆਪਦੇ ਪੇਕੇ ਘਰ ਕਾਫੀ ਚਿਰ ਰਹਿਣ ਤੋਂ ਬਾਅਦ ਫਿਰ ਦੁਬਾਰਾ ਤੋਂ ਸਹੁਰੇ ਘਰ ਜਾਣ ਦਾ ਚਾਅ ਹੁੰਦਾ। ਬਾਬੇ ਫਰੀਦ ਨੇ ਲਿਖਿਆ, ਸਭਨਾ ਸਾਹੁਰੈ ਵੰਜਣਾ ਸਭ ਮੁਖ ਲਾਵਣ ਹਾਰ। ਨਾਨਕ ਧਨ ਸੁਹਾਗਣੀ ਜਿਤ ਸੈ ਨਾਲ ਪਿਆਰ। ਇਹ ਗੁਰੂ ਸਾਹਿਬ ਦੇ ਬਚਨ ਹਨ। ਜਿੰਦ ਵਹੁਟੀ ਮਰਨ ਵੱਲ ਲੈ ਜਾਸੀ ਪਰਨਾਈ। ਬਾਬੇ ਫਰੀਦ ਦੇ ਬਚਨ ਨੇ ਕਿ ਜਿੰਦ ਵਹੁਟੀ ਹੈ, ਮੌਤ ਲਾੜਾ ਹੈ,
ਤੇ ਪਰਣਾ ਕੇ ਲੈ ਜਾਏਗਾ। ਸਹੁਰਾ ਘਰ ਪਰਲੋਕ ਹੈ। ਕੁਛ ਮਰਜ਼ੀ ਸਮਝ ਲਓ, ਯਾਨੀ ਕਿ ਸਮਝ ਗੋਚਰਾ ਕਰਨ ਵਾਸਤੇ ਮਹਾਰਾਜ ਨੂੰ ਚਾਅ ਚੜਿਆ ਹੋਇਆ। ਮੌਤ ਸੁਣ ਕੇ, ਮਰਨਾ ਸੁਣ ਕੇ ਮਨ 'ਚ ਅਫਸੋਸ ਨਹੀਂ ਹੈ, ਉਦਾਸੀ ਨਹੀਂ ਹੈ। ਆਪਦੇ ਘਰ ਚੱਲੇ ਹਨ। ਬੀਬੀ ਲਈ ਪੇਕਾ ਘਰ ਵੀ ਆਪਦਾ ਅਤੇ ਸਹੁਰਾ ਘਰ ਵੀ ਆਪਦਾ ਹੈ। ਤੋ ਇਸ ਵਾਸਤੇ ਦੋਨਾਂ ਘਰਾਂ 'ਚ ਪਤ ਵਰਤਾ ਧਰਮ 'ਚ ਪਰਪੱਕ ਇਸਤਰੀ ਦਾ ਸਤਿਕਾਰ ਹੁੰਦਾ ਹੈ। ਤੋ ਇਸ ਵਾਸਤੇ ਗੁਰੂ ਮਹਾਰਾਜ ਦੇ ਚਿੱਤ ਵਿੱਚ ਪਤੀ ਪਰਮਾਤਮਾ ਕਹਿ ਲਓ ਵੀ ਪਤੀ ਪਰਮਾਤਮਾ ਨੂੰ ਮਿਲਣ ਦਾ ਚਾਅ ਹੈ। ਜਿਸ ਤਰ੍ਹਾਂ ਬਾਣੀ 'ਚ ਲਿਖਿਆ ਹੋਇਆ, ਜਿੰਦ ਸਾਡੀ ਇਸਤਰੀ ਹੈ ਅਤੇ ਪਰਮਾਤਮਾ ਪਤੀ ਹੈ। ਜਾਂ ਤੋ ਮਾਤ ਪਿਤਾ ਹਮ ਬਾਰਕ ਤੇਰੇ, ਮਾਂ ਪਿਓ ਕਹਿ ਲਓ, ਵਾਹਿਗੁਰੂ ਅਕਾਲ ਪੁਰਖ ਨੂੰ ਕੁਝ ਮਰਜ਼ੀ ਸਮਝ ਲਓ। ਇਉਂ ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਮਾਣੋ। ਸੂਰੇ ਸੇ ਹੀ ਆਗੇ ਆਖੀ ਹੈ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ ਪਤ ਸਿਉ ਜਾਵੈ, ਆਗੇ ਦੁੱਖ ਨਾ ਲਾਗੈ। ਘਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵਿਐ ਬਹੁ ਭਾਗੈ। ਉੱਚਾ ਨਹੀਂ ਕਹਿਣਾ, ਮਨ ਮੇਂ ਰਹਿਣਾ, ਆਪੇ ਜਾਣੇ ਜਾਣੋ। ਮੌਤ ਸੁਣ ਕੇ ਉੱਚੀ ਉੱਚੀ ਨਹੀਂ ਰੋਣਾ ਹੈ, ਹਾਏ ਮਰ ਗਏ, ਹਾਏ ਬੁਰਾ ਹੋ ਗਿਆ, ਇੰਝ ਨਹੀਂ ਕਹਿਣਾ। ਆਪਦੇ ਮਨ ਵਿੱਚ ਰਹਿਣਾ ਹੈ, ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਹੈ। ਆਪੇ ਜਾਣੇ ਜਾਣੋ, ਕਿਉਂਕਿ ਉਹ ਆਪ ਵਾਹਿਗੁਰੂ ਜਾਣੀ ਜਾਣ। ਹੁਣ ਸਾਨੂੰ ਕੀ ਪਤਾ ਵੀ ਸਾਡੀ ਉਮਰ ਇੰਨੀ ਲਿਖੀ ਹੋਈ ਸੀ ਜਾਂ ਫਲਾਣੀ ਦੀ ਉਮਰ ਇੰਨੀ ਲਿਖੀ ਹੋਈ ਸੀ। ਮੂਰਖ ਮੱਤ ਵਾਲੇ ਰੋਂਦੇ ਨੇ। ਮਰਨ ਮੁਨਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਮਰੈ ਹੈ ਪਰਵਾਣੋ। ਸੋ ਜਿਹੜਾ ਲਾਭਦਾਇਕ ਹੈ ਮੌਤ ਬਹਾਦਰ ਪੁਰਸ਼ਾਂ ਦੀ, ਜਿਨ੍ਹਾਂ ਦੀ ਮੌਤ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ, ਕਿ ਉਹ ਕਿਸੇ ਆਦਰਸ਼ ਲਈ, ਕਿਸੇ ਮਤਲਬ ਲਈ ਉਹ ਮਰਦੇ ਹਨ। ਉਹਨਾਂ ਦਾ ਮਰਨਾ ਵੀ ਸਫਲ ਹੈ, ਫਜ਼ੂਲ ਨਹੀਂ ਹੈ। ਨਾਨਕ ਕਿਸ ਨੂੰ ਬਾਬਾ ਰੋਈ ਹੈ, ਬਾਜੀ ਹੈ ਇਹੋ ਸੰਸਾਰੋ। ਕਹਿੰਦੇ ਰੋਣਾ ਕਿਹਨੂੰ ਭਾਈ, ਇਹ ਤਾਂ ਸੰਸਾਰ ਦੀ ਬਾਜੀ ਹੈ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀ ਆਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਨਾਨਕ ਕਿਸ ਨੂੰ ਬਾਬਾ ਰੋਈਐ, ਬਾਜੀ ਹੈ ਇਹੋ ਸੰਸਾਰੋ। ਗੁਰਮੁਖਾਂ ਨੂੰ ਮਰਨੇ ਕੀ ਚਿੰਤਾ ਨਹੀਂ। ਆਪਾਂ ਇਕੱਲੇ ਬੈਠੇ ਮੌਤ ਦੀ ਚਿੰਤਾ ਹੀ ਲਾਈ ਜਾਵਾਂਗੇ, ਸੋਚੀ ਜਾਵਾਂਗੇ ਵੀ ਮਾਰੀ ਨਾ ਜਾਈਏ, ਅਤੇ ਜੀਵਨ ਦੀ ਆਸਾ ਲਾਈ ਹੁੰਦੀ ਹੈ। ਕਹਿੰਦੇ ਗੁਰਮੁਖਾਂ ਨੂੰ, ਸੰਤਾਂ ਭਗਤਾਂ ਨੂੰ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੂੰ ਸਰਬ ਜੀਆਂ ਪ੍ਰਤਪਾਲ ਹੀ, ਲਿਖੈ ਸਾਸ ਗਿਰਾਸ। ਤੋ ਇੰਝ ਕਹਿੰਦੇ ਵੀ ਆਪਾਂ ਨੇ ਇਹ ਨਿਰਣਾ ਕਰਕੇ ਵੇਖ ਲਿਆ, ਤੁਸੀਂ ਵੀ ਕਰਕੇ ਵੇਖ ਲਓ। ਸਾਥੋਂ ਵਾਹਿਗੁਰੂ ਜੀ ਦਾ ਹੁਕਮ ਮੋੜਿਆ ਨਹੀਂ ਜਾਂਦਾ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ। ਜੋ ਮੁੱਢੋਂ ਪਰਮੇਸ਼ਰ ਵੱਲੋਂ ਜੋਤੀ ਜੋਤ ਸਮਾਉਣ ਦਾ ਪਰਵਾਣਾ ਹੁਕਮ ਲਿਖਿਆ ਆ ਗਿਆ, ਉਹ ਅਸੀਂ ਮੋੜਨਾ ਫੇਰਨਾ ਨਹੀਂ ਹੈ। ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰਾਂ ਨੇ ਕਿਹਾ ਕਿ ਅਸੀਂ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜੀ ਦੇ ਪਾਸ ਜਾਣਾ ਕਰਾਂਗੇ। ਸਤਿਗੁਰ ਭਾਣੈ ਆਪਣਾ। ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਦੇ ਹੁਕਮ ਅਨੁਸਾਰ ਬਹਿ ਪਰਵਾਰ ਸਦਾਇਆ। ਸਿੰਘਾਸਨ ਤੇ ਬਹਿ ਕੇ ਆਪਣਾ ਸਾਰਾ ਟੱਬਰ ਟੋਰ, ਸਾਰਾ ਕੁਟੁੰਬ, ਸਾਰਾ ਪਰਿਵਾਰ ਬੁਲਵਾ ਲਿਆ ਕਿ ਆਓ ਭਾਈ ਮੈਨੂੰ ਦਰਸ਼ਨ ਦਿਓ। ਮੈਂ ਕੁਝ ਅੰਤਮ ਸਮੇਂ ਦੇ ਬਚਨ ਕਰਨੇ ਚਾਹੁੰਦਾ। ਔਰ ਸਾਰਿਆਂ ਨੂੰ ਆਗਿਆ ਦਿੱਤੀ। ਪਿੱਛੇ ਕੋਈ ਰੋਵਸੀ। ਮਤਾ ਮੇਰੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਕੋਈ ਰੋਇਓ। ਜੋ ਰੋਵੈ ਸੋਈ ਪਤ ਖੋਵੈ। ਜਿਹੜਾ ਰੋਂਦਾ ਉਹ ਆਪਦੀ ਇੱਜ਼ਤ ਖਰਾਬ ਕਰਦਾ। ਸਿਆਣਿਆਂ ਦਾ ਕਹਿਣਾ ਕਿ ਜਿੰਨੇ ਵੀ ਰੋਣ ਵਾਲਾ ਅਥਰੂ ਡੇਗਦਾ ਹੈ, ਉਹ ਮਰਨ ਵਾਲੇ ਦੇ ਅੱਗੇ ਸਮੁੰਦਰ ਬਣ ਕੇ ਆਉਂਦੇ ਨੇ, ਯਾਨੀ ਉਹਨੂੰ ਦੁੱਖ ਦਿੰਦੇ ਨੇ। ਇੱਕ ਆਪਦੀ ਇੱਜ਼ਤ ਖਰਾਬ ਹੁੰਦੀ ਹੈ। ਸਿਰ ਦੇ ਵਾਲ ਪੁੱਟਦੇ ਨੇ, ਅੱਖਾਂ ਰੋ ਰੋ ਕੇ ਨਿਗਾਹ ਘੱਟ ਜਾਂਦੀ, ਅਤੇ ਚਿਹਰਾ ਮੂਹਰਾ ਲੱਥ ਜਾਂਦਾ ਹੈ। ਇਉਂ ਦੁੱਖ ਭੋਗਦੇ ਹਨ। ਮਰ ਕਹਿੰਦੇ ਰੋਣਾ ਨਹੀਂ ਹੈ। ਜਿਹਦਾ ਪਿਆਰ ਹੈ ਮਰਨ ਵਾਲੇ ਨਾਲ, ਉਹਦੇ ਨਿਮਿਤ ਨਹੀਂ ਬਾਣੀ ਪੜ੍ਹੇ।
ਰੋਣ ਨੂੰ ਜੀ ਕਰੇ ਬਾਣੀ ਬੜੀ ਜਾਏ, ਬਾਣੀ ਬੜੀ ਜਾਏ, ਕੀਰਤਨ ਸੁਣੀ ਜਾਏ। ਇੰਜ ਜਿਸ ਘਰ ਵਿੱਚ ਮਰਗ ਹੋਵੇ ਉਸ ਘਰ ਵਿੱਚ ਅਤੇ ਮੁਰਦਾ ਲਾਸ਼ ਦੇ ਕੋਲ, ਮ੍ਰਿਤਕ ਸਰੀਰ ਦੇ ਕੋਲ ਕੀਰਤਨ ਹੋਵੇ ਤਾਂ ਕਿ ਕੋਈ ਰੋਵੇ ਨਾ। ਅਤੇ ਸੰਸਕਾਰ ਕਰਾਉਣ ਤੋਂ ਤੁਰੰਤ ਬਾਅਦ ਕਮਰਾ ਕੁਮਰਾ ਧੋ ਕੇ ਸਾਫ਼ ਕਰਕੇ ਚੰਦੂਆ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦੇਵੇ ਅਤੇ ਸਹਿਜ ਪਾਠ ਆਰੰਭ ਕਰ ਦੇਵੇ। ਜਿਹੜਾ ਕੋਈ ਅਫਸੋਸ ਕਰਨ ਆਏ ਉਹਨੂੰ ਕਹੇ ਵੀ ਚਲੋ ਭਾਈ ਮੱਥਾ ਟੇਕੋ, ਅਤੇ ਬਸ ਤੁਸੀਂ ਦਰਸ਼ਨ ਦੇ ਦਿੱਤੇ, ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਸਾਡੇ ਘਰ ਆ ਗਏ। ਜ਼ਰੂਰੀ ਗੱਲਾਂ ਮਾਰਨੀਆਂ, ਦਰੀ ਵਿਛਾ ਕੇ ਕਹੋ ਵੀ ਬਾਣੀ ਸੁਣੋ ਭਾਈ, ਆਪ ਵੀ ਬਾਣੀ ਸੁਣੋ, ਦੂਜਿਆਂ ਨੂੰ ਵੀ ਸੁਣਾਓ। ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਸੰਤਾਂ ਦੇ ਮਰੇ ਤੋਂ ਕਾਹਤੋਂ ਰੋਣਾ ਭਾਈ, ਜੋ ਆਪ ਦੇ ਘਰ ਚਲੇ ਗਏ। ਰੋਵੋ ਸਾਗਦ ਵਾਪਰੇ, ਜੋ ਹਾਟੈ ਹਾਟ ਵਿਕਾਏ। ਜੇ ਅਫਸੋਸ ਕਰਨਾ ਤਾਂ ਉਸ ਮੰਦ ਭਾਗੀ ਦੇ ਮਰਨ 'ਤੇ ਅਫਸੋਸ ਕਰੋ, ਜਿਹੜਾ ਸ਼ਰਾਬ ਪੀ ਕੇ ਮਰਿਆ, ਜੂਆ ਖੇਡ ਕੇ ਮਰਿਆ, ਜੋ ਪ੍ਰਭੂ ਚਰਨਾਂ ਤੋਂ ਵਿਛੜਿਆ ਹੋਇਆ। ਜਿਹੜਾ ਜਿਉਂਦਾ ਹੀ ਬੰਦਾ ਬੁਰੇ ਕੰਮ ਕਰ ਰਿਹਾ ਉਹਨੂੰ ਰੋਵੋ, ਜਿਉਂਦੇ ਨਹੀਂ ਰੋ ਲਓ। ਉਹ ਆਪਦੇ ਕੀਤੇ ਮੰਦ ਕਰਮਾਂ ਦੇ ਵੱਟੇ, ਉਹਨੂੰ ਕਹੋ ਵੀ ਤੂੰ ਹੀ ਬਹਿ ਕੇ ਰੋ, ਆਪਦੇ ਆਪ ਨੂੰ ਰੋ ਵੀ ਬੰਦਾ ਬਣ ਕੇ ਤੂੰ ਬੰਦਗੀ ਨਹੀਂ ਕੀਤੀ। ਬੰਦੋ ਹੋਏ ਬੰਦਗੀ ਗਾਹੈ, ਬੰਦਗ ਹੋਏ ਬੰਦ ਸੁਧ ਲਹੈ। ਬੰਦਾ ਹੋਏ ਕਹਿ ਬੰਦਗੀ ਨਾ ਕੀਤੀ, ਫਿਰ ਬੰਦਾ ਖਵਾਉਣ ਦਾ ਕੀ ਫਾਇਦਾ। ਆਪਦੇ ਆਪ ਨੂੰ ਰੋਵੋ। ਹਰੇਕ ਘੱਟੀ 'ਤੇ ਵਿਕਦਾ ਫਿਰਦਾ, ਭਾਵ 500-500 ਰੁਪਈਆ ਦੇ ਕੇ ਸੈਨ ਕਰਦਾ, ਝੂਠੀਆਂ ਗਵਾਹੀਆਂ ਦਿੰਦਾ, ਰੁਪਈਏ ਪਿੱਛੇ, 1000 ਰੁਪਈਏ ਪਿੱਛੇ ਆਪ ਦਾ ਧਰਮ ਵੇਚ ਦਿੰਦਾ। ਸਾਰੀ ਦੁਨੀਆ ਦੀ ਖਾਤਰ ਭਟਕਣ ਕਰਕੇ ਹੁਣ ਕਈ ਜੂਨਾਂ 'ਚ ਭਟਕਦਾ, ਉਹਨੂੰ ਰੋਵੋ, ਆਪਦੇ ਆਪ ਨੂੰ ਰੋਵੋ। ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਣ, ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ। ਮਾਰੇ ਕਹਿੰਦੇ ਖਬਰਦਾਰ ਭਾਈ, ਮੈਨੂੰ ਨਹੀਂ ਕਿਸੇ ਨੇ ਰੋਣਾ ਹੈ। ਸੋ ਮੈਂ ਮੂਲ ਨਾ ਪਾਇਆ, ਜਿਹੜਾ ਰੋਵੇਗਾ ਉਹ ਮੈਨੂੰ ਮੂਲ ਕਦਾਚਿਤ ਉੱਕਾ ਵੀ ਕਦੇ ਵੀ ਚੰਗਾ ਨਹੀਂ ਲੱਗੇਗਾ। ਮਿਤ ਪਾਜੈ ਮਿਤ ਬਿਗਸੈ, ਜਿਸ ਮਿੱਤਰ ਦੀ ਇੱਜ਼ਤ ਵਡਿਆਈ ਪ੍ਰਤਿਗਿਆ ਪਾਉਂਦੀ ਹੈ, ਉਹ ਮਿੱਤਰ ਜਦ ਕੋਈ ਪਾਤਸ਼ਾਹੀ ਪੁਸ਼ਾਕਾਂ ਪਹਿਨਦਾ ਹੈ ਤਾਂ ਮਿੱਤਰ ਨੂੰ ਖੁਸ਼ ਹੋਣਾ ਚਾਹੀਦਾ। ਤੁਸੀਂ ਕਾਹਦੇ ਮਿੱਤਰ ਹੋ? ਮੈਨੂੰ ਤਾਂ ਵਾਹਿਗੁਰੂ ਪੁਸ਼ਾਕ ਪਹਿਨ ਆ ਰਿਹਾ, ਮਤਲਬ ਅਗੰਮੀ ਝੋਲਾ ਦੇ ਰਿਹਾ, ਮੈਂ ਤਾਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਰਿਹਾ ਅਤੇ ਤੁਸੀਂ ਰੋ ਰਹੇ ਹੋ। ਦੱਸੋ ਹੈ ਕਮਲੇ? ਮੇਰੇ ਮਨ 'ਚ ਤਾਂ ਆਨੰਦ ਹੋ ਰਿਹਾ ਵੀ ਮੈਂ ਰੱਬ ਜੀ ਨਾਲ ਮਿਲਣ ਲੱਗਾ, ਅਪੇਦ ਹੋਣ ਲੱਗਾ ਹਾਂ। ਅਤੇ ਤੁਹਾਨੂੰ ਚਾਹੀਦਾ ਹੈ, ਤੁਸੀਂ ਮੇਰੇ ਪਿਆਰੇ ਮਿੱਤਰ ਹੋ, ਕਿ ਆਪਦੇ ਮਿੱਤਰ ਨੂੰ ਇੰਨਾ ਵੱਡਾ ਮੁਰਾਤਬਾ ਰੁਤਬਾ ਮਿਲਿਆ ਅਤੇ ਤੁਸੀਂ ਵੀ ਸਾਰੇ ਖੁਸ਼ ਹੋਵੋ, ਆਨੰਦਿਤ ਹੋਵੋ। ਸੱਦੜੇ ਆਏ ਤੇ ਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਸ਼ੁੰਨਿਆ, ਵਿਛੜਿਆ ਮੇਲਣ ਹਾਰੋ। ਰੂਪ ਨਾ ਜਾਣੇ ਸੋਹਣੀਆ, ਹੁਕਮ ਬੱਧੀ ਸਰਕਾਰੋ। ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਨੌਂਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗੈ ਨਾਰੇ। ਸਾਤਨ ਛੁੱਟੀ ਮੁੱਠੀ ਝੂਠ ਵਿਧਨੀਆ, ਮਿਰਤ ਕੜਾ ਅੰਗਨੜੇ ਮਾਰੇ। ਸੁਰਤ ਮੁਈ ਮਰਮਾਈਏ, ਮਹਿਰ ਲੁਨੀ ਦਰਬਾਰੇ। ਰੋਵੋ ਕੰਤ ਮਹੇਲੀਓ, ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ। ਵਾਜੇ ਵੱਜੇ ਸੱਚੀ ਬਾਣੀਆ, ਪੰਜ ਮੋਏ ਮਨ ਮਾਰੇ। ਜਾਨੀ ਮਸ਼ੁੰਦੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ। ਜੀਵਤ ਮਰੈ ਸੋ ਜਾਣੀਐ, ਫਿਰ ਸੱਚੜਾ ਹੇਤ ਪਿਆਰੇ। ਤੁਸੀਂ ਰੋਵੋ ਰੋਵਣ ਆਈ ਉਹ, ਝੂਠ ਮੁੱਠੀ ਸੰਸਾਰੇ। ਹੋ ਮੁੱਠੜੀ ਤੰਦੈ ਧਾਮਣੀਆ, ਫਿਰ ਛੋਡੇ ਅੜੀ ਵਿਧਨ ਕਾਰੇ। ਘਰ ਘਰ ਕੰਤ ਮਹੇਲੀਆ, ਰੂੜਾ ਹੇਤ ਪਿਆਰੇ। ਮੈਂ ਪਰ ਸੱਚ ਸਾਲਾਹਣਾ, ਔਰ ਰਹੱਸੀ ਅੜੀ ਨਾਮ ਬਤਾਰੇ। ਮੇਰੇ ਮਨ ਦੇ ਵਿੱਚ ਤਾਂ ਆਨੰਦ ਹੈ ਪਤੀ ਪਰਮਾਤਮਾ ਦੀ ਪ੍ਰਾਪਤੀ ਦੀ ਖੁਸ਼ੀ ਦਾ। ਤੁਸੀਂ ਰੋਣਾ ਤਾਂ ਭਾਵੇਂ ਰੋਈ ਜਾਓ, ਪਰ ਮੈਨੂੰ ਚੰਗੇ ਨਹੀਂ ਲੱਗੋਗੇ। ਮਿਤ ਬਾਜੈ ਮਿਤ ਬਿਗਸੈ, ਮਿੱਤਰ ਨੂੰ ਪੁਸ਼ਾਕਾ ਮਹਾਰਾਜੇ ਵੱਲੋਂ ਪਹਿਨਾਇਆ ਜਾਏ ਤਾਂ ਮਿੱਤਰ ਖੁਸ਼ ਹੁੰਦਾ ਹੈ। ਜਿਸ ਮਿੱਤ ਕੀ ਪੈਜ ਭਾਵਾਏ, ਜਿਸ ਨੂੰ ਮਿੱਤਰ ਦੀ ਇੱਜ਼ਤ ਵਡਿਆਈ ਚੰਗੀ ਲੱਗਦੀ ਹੈ। ਇਸ ਤਰ੍ਹਾਂ ਤੁਸੀਂ ਵੀ ਸਾਰੇ ਆਨੰਦਿਤ ਹੋਵੋ। ਫਿਰ ਸਾਰੇ ਸੰਬੰਧੀ ਸਿੱਖ ਕਹਿਣ ਲੱਗੇ, ਹੇ ਸਤਿਗੁਰੂ ਜੀ, ਤੁਸੀਂ ਤਾਂ ਜੋਤੀ ਜੋਤ ਸਮਾਉਣ ਲੱਗੇ ਹੋ, ਸਰੀਰ ਛੱਡਣ ਲੱਗੇ ਹੋ। ਤੁਸੀਂ ਕਹਿੰਦੇ ਹੋ
ਵੀ ਪੁਸ਼ਾਕਾ ਪਹਿਨਾਇਆ ਜਾਏਗਾ। ਤੁਸੀਂ ਵਿਚਾਰ ਦੇਖੋ ਪੁੱਤ ਭਾਈ। ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਇਸੇ ਤਰ੍ਹਾਂ ਹੀ ਮੇਰੇ ਪੁੱਤਰੋ, ਬਾਬਾ ਮੋਹਰੀ ਜੀ ਤੇ ਭਰਾਵੋ ਬਾਬਾ ਈਸ਼ਰਦਾਸ ਜੀ, ਤੁਸੀਂ ਵਿਚਾਰ ਕਰਕੇ ਨਿਰਣਾ ਕਰਕੇ ਨਿਸ਼ਚਾ ਕਰਕੇ ਵੇਖ ਲਵੋ। ਹਰ ਸਤਿਗੁਰੂ ਪਹਿਨਾਵੇ। ਹਰੀ ਪਰਮੇਸ਼ਰ ਸਾਨੂੰ ਸਤਿਗੁਰੂ ਯਾਨੀ ਮੈਨੂੰ ਅਮਰਦਾਸ ਜੀ ਨੂੰ ਆਪਣੇ ਸਰੂਪ ਦੇ ਨਾਲ ਅਭੇਦ ਕਰਨ ਰੂਪ ਸਿਰੋਂ ਪਾਓ ਪੁਸ਼ਾਕਾ ਪਹਿਨਾਉਣ ਲੱਗਾ ਹੈ। ਉਹ ਮੈਨੂੰ ਸਿਰੋਂ ਪਾਓ ਬਖਸ਼ਿਸ਼ ਕਰਨੇ ਲੱਗਾ ਹੈ। ਤੁਹਾਡਾ ਸਤਿਗੁਰੂ ਗੁਰੂ ਅਮਰਦਾਸ ਜੀ ਪਹਿਨਾਇਆ ਜਾਵੇਗਾ। ਸਤਿਗੁਰੂ ਪ੍ਰਤੱਖ ਹੁੰਦਾ। ਫਿਰ ਸੰਬੰਧੀਆਂ ਦੇ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਸੀਂ ਆਪਣੀ ਥਾਂ ਗੁਰਤਾ ਗੱਦੀ 'ਤੇ ਕਿਸ ਨੂੰ ਸਥਾਪਿਤ ਕਰਕੇ ਚੱਲੇ ਹੋ? ਤਾਂ ਮਹਾਰਾਜ ਕਹਿੰਦੇ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਸਾਖਸ਼ਾਤ ਹੁੰਦਿਆਂ ਆਪਦੇ ਜਿਉਂਦੇ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖੁਦ ਆਪ ਗੁਰਤਾ ਗੱਦੀ ਰੂਪ ਸਿੰਘਾਸਨ ਦੇ ਮਹਾਰਾਜ ਆਪ ਟਿਕਾਇਆ। ਇਹ ਰਾਜ ਸਿੰਘਾਸਨ 'ਤੇ ਬਿਠਾ ਕੇ ਟਿਕਾਉਣਾ ਕੀਤਾ, ਸਥਾਪਿਤ ਕੀਤਾ ਸੀ। ਜਿਵੇਂ ਸਤਿਗੁਰੂ ਅੰਗਦ ਦੇਵ ਜੀ ਨੇ ਫਿਰ ਆਪਦੇ ਪ੍ਰਤੱਖ ਹੁੰਦੇ ਆ ਜਿਉਂਦੇ ਜੀ ਸਾਨੂੰ ਖੁਦ ਆਪ ਗੁਰਤਾ ਗੱਦੀ ਰੂਪ ਰਾਜ ਸਿੰਘਾਸਨ 'ਤੇ ਬਿਠਾ ਕੇ ਸਥਾਪਿਤ ਕੀਤਾ ਸੀ। ਇਸੇ ਤਰ੍ਹਾਂ ਅਸਾਂ ਸ੍ਰੀ ਗੁਰੂ ਭਾਵ ਅਸੀਂ ਅਮਰਦਾਸ ਜੀ ਨੇ ਆਪਦੇ ਪ੍ਰਤੱਖ ਹੁੰਦਿਆਂ ਜਿਉਂਦੇ ਜੀ ਭਾਵ ਸਰੀਰਕ ਜਾਮੇ ਵਿੱਚ ਹੁੰਦਿਆਂ ਹੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਾਲੇ ਤਾਂ 6 ਸਾਲ ਉਮਰ ਦਿੱਤੀ, ਨਾਲ ਗੁਰਤਾ ਗੱਦੀ ਰੂਪ ਰਾਜ ਸਿੰਘਾਸਨ ਦੇ ਬਿਠਾ ਕੇ ਸਥਾਪਿਤ ਕਰ ਦਿੱਤਾ ਹੈ। ਸਭ ਸਿੱਖ ਬੰਦਪ ਪੁੱਤ ਭਾਈ ਅਤੇ ਸਾਰੇ ਸਿੱਖ ਸੰਬੰਧੀ ਪੁੱਤਰ ਭਰਾ ਆਦਿਕ ਰਾਮਦਾਸ ਪੈਰੀ ਪਾਇਆ। ਸਭਨਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪੈਰੀਂ ਪਾਇਆ, ਚਰਨੀ ਪਾ ਦਿੱਤਾ ਹੈ। ਫਿਰ ਭਾਈ ਮੋਹਰੀ ਜੀ ਤੇ ਸਿੱਖਾਂ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਸਤਿਗੁਰੂ ਜੀ ਤੁਹਾਡੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਕਿਸ ਤਰ੍ਹਾਂ ਦੀ ਕਿਰਿਆ ਕਰਮ ਕਰੀਏ? ਅੰਤੇ ਸਤਿਗੁਰ ਬੋਲਿਆ। ਤਾਂ ਅੰਤਮ ਅਖੀਰਲ ਸਮੇਂ ਭਾਵ ਜੋਤੀ ਜੋਤ ਸਮਾਉਣ ਵਾਲੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਬੋਲਿਆ। ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਵਾਣ ਜੀਓ ਕਿ ਮੇਰੇ ਜਾਣ ਤੋਂ ਪਿੱਛੋਂ ਇਹ ਟਸ ਬੰਧਨਾਂ ਤੋਂ ਰਹਿਤ ਕਰਨੇ ਵਾਲਾ ਪਰਮੇਸ਼ਰ ਦਾ ਕੀਰਤਨ ਕਰਿਓ ਭਾਈ। ਕੇਸੋ ਗੋਪਾਲ ਪੰਡਤ ਸੱਦਿਆ ਹੋ। ਇਹ ਸਤਿਗੁਰੂ ਜੀ ਕਈ ਲੋਕ ਕਹਿੰਦੇ ਨੇ ਕਿ ਕੇਸੋ ਗੋਪਾਲ ਨਾਮੇ ਪੰਡਤ ਨੂੰ ਸੱਦ ਲੈਣਾ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜਿਹੜਾ ਤੁਹਾਡਾ ਸਿੱਖ ਬਣਿਆ ਹੋਇਆ ਉਹ ਪੁਰਾਣਾ ਚੋਂ ਗਰੜ ਪੁਰਾਣ ਦੀ ਹਰ ਹਰ ਸੰਬੰਧੀ ਕਥਾ ਨੂੰ ਪੜ੍ਹਨਾ ਕਰੇਗਾ। ਕਿ ਮਹਾਰਾਜ ਅਸੀਂ ਲੋਕਾਂ ਦੇ ਆਖੇ ਕੇਸੋ ਗੋਪਾਲ ਪੰਡਤ ਨੂੰ ਸੱਦੀਏ ਅਤੇ ਪੁਰਾਣਾਂ ਦੀ ਗਰੜ ਪੁਰਾਣ ਦੀ ਕਥਾ ਕਰਾਈਏ ਜੀ? ਇਹ ਸਤਿਗੁਰੂ ਜੀ ਤੁਹਾਡੀ ਕੀ ਆਗਿਆ ਹੈ? ਲੋਕ ਤਾਂ ਇੰਝ ਕਹਿੰਦੇ ਨੇ। ਤਾਂ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ। ਨਹੀਂ ਭਾਈ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ, ਆਪਾਂ ਨੂੰ ਪੁਰਾਣਾ ਪੁਰਾਣਾ ਦੀ ਕਥਾ ਦਾ ਨਹੀਂ ਕੋਈ ਮਤਲਬ ਹੈ। ਜੇ ਜਿਉਂਦੇ ਵੀ ਆਪਾਂ ਬਾਣੀ ਪੜ੍ਹਦੇ ਰਹੇ ਆਪਾਂ ਕਿਹੜਾ ਗਰੜ ਪੁਰਾਣ ਪੜ੍ਹਿਆ? ਦੱਸੋ। ਜਿਸ ਤਰ੍ਹਾਂ ਦਾ ਬੰਦੇ ਦਾ ਸੁਭਾਅ ਉਸੇ ਤਰ੍ਹਾਂ ਉਹਦੇ ਤੋਂ ਬਾਅਦ ਕਰਨਾ ਚਾਹੀਦਾ। ਜਾਂ ਤਾਂ ਜਿਉਂਦੇ ਮਹਾਰਾਜ ਨੇ ਗਰੜ ਪੁਰਾਣ ਦੀ ਕਥਾ ਕੀਤੀ ਜਾਂ ਪੜ੍ਹੀ ਹੋਵੇ ਤਾਂ ਤੁਸੀਂ ਦੱਸੋ। ਬਾਣੀ ਪੜ੍ਹੀ ਹੈ ਨਾ, ਸੇਵਾ ਕੀਤੀ ਹੈ। ਤੋ ਇੰਝ ਹੇ ਭਾਈ ਗਰੜ ਪੁਰਾਣ ਦੀ ਥਾਂ 'ਤੇ ਆਪਾਂ ਗੁਰਦੁਆਰੇ ਦੇ ਬੰਦੇ ਹਾਂ, ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਜੇ ਹਿੰਦੂ ਹੋਈਏ ਅਤੇ ਮੰਦਰ ਵਾਲੇ ਹੋਈਏ ਫਿਰ ਤਾਂ ਚਲੋ ਜਿਸ ਤਰ੍ਹਾਂ ਉਹ ਕਹਿਣ ਉਸੇ ਤਰ੍ਹਾਂ ਠੀਕ ਹੈ। ਪਰ ਆਪਾਂ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਅਤੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਦੀ ਕਥਾ ਵੇਖੋ ਕਿੰਨੀ ਮਰਜ਼ੀ ਕਰੀ ਜਾਓ, ਇਹ ਮੁੱਕਦੀ ਥੋੜ੍ਹਾ ਆ। ਸਪੈਸ਼ਲੀ ਸਹਿਸਕ੍ਰਿਤੀ ਦੇ ਸਲੋਕ ਜੈਸਰੀ ਦੀ ਵਾਰ ਵਡਹੰਸ ਦੀ ਵਾਰ ਇਹ ਹੈ ਹੀ ਵੈਰਾਗਮਈ। ਜਿੱਥੋਂ ਮਰਜ਼ੀ ਬਾਣੀ ਦੀ ਕਥਾ ਕਰੋ ਅਤੇ ਸੁਣੋ। ਇੰਝ ਹਰੀ ਦੀ ਕਥਾ ਹੀ ਪੜ੍ਹੋ
ਤੇ ਹਰੀ ਦੇ ਨਾਮ ਵਾਲੀ ਕਥਾ ਹੀ ਸਰਵਣ ਕਰਿਓ ਬਾਣੀ ਵਿੱਚੋਂ। ਬੇਬਾਣ ਹਰ ਰੰਗ ਗੁਰ ਪਾਵੈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਹੀ ਪਰਮੇਸ਼ਰ ਦਾ ਪ੍ਰੇਮ ਰੂਪੀ ਵਿਮਾਨ ਭਾਉਂਦਾ ਹੈ, ਅਰਥਾਤ ਪਰਮੇਸ਼ਰ ਦਾ ਪ੍ਰੇਮ ਰੂਪ ਵਿਭਾਨ ਹੀ ਗੁਰੂ ਨੂੰ ਭਾਉਂਦਾ ਹੈ। ਭਾਵ ਰੋਣ ਪਿੱਟਣ ਦੇ ਫਜ਼ੂਲ ਸਜਾਵਟ ਆਦਿਕ ਦੇ ਵਿਮਾਨ ਦੀ ਥਾਂ ਪ੍ਰਭੂ ਕੀਰਤਨ ਦਾ ਵਿਮਾਨ ਹੀ ਸ੍ਰੇਸ਼ਟ ਹੈ। ਮਤਲਬ ਮਰਿਆਂ ਨੂੰ ਵੀ ਇੰਜ ਨਹੀਂ ਸਜਾਉਣਾ ਜਿਸ ਤਰ੍ਹਾਂ ਪਾਲਕੀ ਸਜਾਈ ਦੀ ਹੈ। ਤੋ ਇਸ ਵਾਸਤੇ ਮਹਾਰਾਜ ਦਾ ਕੀਰਤਨ ਰੂਪੀ ਸਜਾਵਟ ਹੀ ਕਰੋ। ਸਤਿਗੁਰੂ ਸਾਹਿਬ ਜੀ ਨੇ ਗੋਜਰੀ ਰਾਗ ਦੇ ਵਿੱਚ ਬਚਨ ਕੀਤੇ ਨੇ ਕਿ ਪਰਮੇਸ਼ਰ ਦਾ ਨਾਮ ਹੀ ਮੇਰੀਆਂ ਸਿਮਰਤੀਆਂ ਨੇ, ਪਰਮੇਸ਼ਰ ਦਾ ਨਾਮ ਹੀ ਮੇਰਾ ਸ਼ਾਸਤਰ ਹੈ। ਇਸ ਲਈ ਗਰੜ ਪੁਰਾਣ ਦੀ ਕਥਾ ਇਹ ਮਰਜ਼ਾਦਾ ਨਹੀਂ ਹੈ। ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਧਪ, ਹਰ ਮੇਰਾ ਭਾਈ। ਇਸ ਲਈ ਸਤਿਗੁਰੂ ਜੀ ਨੇ ਇੱਥੇ ਪਰਮੇਸ਼ਰ ਦੀ ਕਥਾ ਬਾਬਤ ਆਖਿਆ। ਹੇ ਸਤਿਗੁਰੂ ਜੀ, ਕਈ ਲੋਕ ਕਹਿੰਦੇ ਨੇ ਵੀ ਪਿੰਡ ਭਰਾਇਓ ਜੀ, ਆਪਣਾ ਭੇੜੇ ਜੇ ਕਰਦੇ ਨੇ, ਪੱਤਲਾਂ ਦਿਓ ਜੀ, 12ਵੀਂ ਕਰਿਓ ਜੀ, 13ਵੀਂ ਕਰਿਓ ਜੀ, 17ਵੀਂ ਕਰਿਓ ਜੀ, ਦੀਵੇ ਜਗਾਇਓ ਜੀ, ਅਤੇ ਗੰਗਾ ਦੇ ਵਿੱਚ ਫੁੱਲ ਪਾਇਓ। ਮਹਾਰਾਜ ਤੁਹਾਡੀ ਕੀ ਆਗਿਆ ਹੈ ਜੀ? ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਪਿੰਡ ਪਤਲ ਕਿਰਿਆ ਦੀਵਾ। ਪਿੰਡ ਭਰਾਉਣੇ, ਪਤਲਾਂ ਦੇਣੀਆਂ, 12ਵੀਂ 13ਵੀਂ ਆਦਿ ਕਿਰਿਆ ਕਰਨੀ ਅਤੇ ਦੀਵਾ ਜਗਾਉਣਾ। ਦੀਵਾ ਮੇਰਾ ਏਕ ਨਾਮ, ਇਹ ਸਭ ਕੁਛ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਹੀ ਹੈ, ਮੇਰਾ ਇੱਕ ਨਾਮ ਹੀ ਹੈ। ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਸੋਖਿਆ, ਚੂਕਾ ਜਮਸਿਓ ਮੇਲ। ਲੋਕਾ ਮਤ ਕੋ ਫੱਕੜ ਪਾਏ। ਇਹ ਲੋਕੋ ਮੇਰੀ ਗੱਲ 'ਤੇ ਮਖੌਲ ਨਾ ਉਡਾਇਓ ਵੀ ਇਹ ਕੀ ਬੋਲ ਰਿਹਾ। ਲੱਖ ਮੜਿਆਂ ਕਰ ਏਕਟੇ, ਇੱਕ ਰੱਤੀ ਲੈ ਪਾਏ। ਲੱਖ ਮਣਾ ਲੱਕੜ ਜੇ ਢੇਰ ਇਕੱਠੇ ਕਰਕੇ ਇੱਕ ਰੱਤੀ ਜਿੰਨੀ ਅੱਗ ਵੀ ਲਾ ਦਈਏ ਤਾਂ ਉਹ ਸਾਰੇ ਢੇਰ ਸਵਾਹ ਹੋ ਜਾਂਦੇ ਨੇ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਵਾਹਿਗੁਰੂ ਨਾਮ ਮੁਕਾ ਦਿੰਦਾ ਹੈ। ਇਸ ਲਈ ਰਹਾਉ ਪਿੰਡ ਪੱਤਲ ਮੇਰੀ ਕੇਸੋ ਕਿਰਿਆ। ਪੱਤਲਾਂ ਦੇ ਪਿੰਡ ਭਰਾਉਣੇ ਅਤੇ ਮਨਸਾਣੇ ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਹੈ। ਮੇਰੇ ਵਾਸਤੇ ਕਿਰਿਆ ਕਰਮ ਵੀ ਕਰਤਾਰ ਦਾ ਸੱਚਾ ਨਾਮ ਹੀ ਹੈ। ਸੱਚ ਨਾਮ ਕਰਤਾਰ, ਬੋਲੋ ਸੱਚ ਨਾਮ ਕਰਤਾਰ, ਫਿਰ ਬੌੜ ਨਾ ਆਮਣਵਾਲ। ਜੋ ਕਰਤਾਰ ਕਰਤਾਰ ਗੁਰੂ ਨਾਨਕ ਸਾਹਿਬ ਦਾ ਬੋਲਿਆ ਸੀਗਾ, ਇਹ ਬੋਲਣ ਤੋਂ ਹੀ ਸਾਡਾ ਕਿਰਿਆ ਕਰਮ ਸਮਝੋ। ਇੱਥੇ ਉੱਥੇ ਆਗੇ ਪਾਛੈ ਇਹੋ ਮੇਰਾ ਆਧਾਰ, ਅਤੇ ਗੰਗ ਬਨਾਰਸ ਸਿਫਤ ਤੁਮਾਰੀ ਨਹਾਵੈ ਆਤਮ ਰਾਓ। ਗੰਗਾ ਅਤੇ ਬਨਾਰਸ ਜਾਣਾ ਵੀ ਇਹ ਕਥਾ ਕਰਨੀ ਸੁਣਨੀ ਹੋਈ ਹੈ। ਇਹ ਵਾਹਿਗੁਰੂ ਅਤੇ ਜਿਹੜੀ ਸਿਫਤ ਸਲਾਹ ਕਥਾ ਕੀਰਤਨ ਦਾ ਸਮਾਗਮ ਹੈ, ਇਹੀ ਸਾਡੀ ਗੰਗਾ, ਇਹੀ ਸਾਡਾ ਬਨਾਰਸ ਹੈ। ਅਤੇ ਆਤਮਾ ਦੇ ਵਿੱਚ ਇਸ਼ਨਾਨ ਕਰਨਾ, ਮੇਰਾ ਆਤਮਾ ਮੇਰਾ ਮਨ ਸਿਫਤ ਸਲਾਹ ਦੇ ਵਿੱਚ ਜਿਹੜਾ ਇਸ਼ਨਾਨ ਕਰਦਾ, ਇਹ ਵੀ ਨਹਾਉਣਾ ਹੈ। ਗੰਗਾ ਨਹਾਉਣਾ, ਜਿਹੜਾ ਫੁੱਲ ਪਾ ਕੇ ਨਹਾਉਂਦੇ ਨੇ। ਸੱਚਾ ਨਹਾਵਣ ਤਾਂ ਥੀ ਹੈ ਜਾਂ ਐਨਸ ਲਾਗੇ ਭਾਉ। ਸੱਚਾ ਇਸ਼ਨਾਨ ਹੈ ਹੀ ਤਾਂ ਜਦੋਂ ਦਿਨ ਰਾਤ ਪ੍ਰਭੂ ਚਰਨਾਂ 'ਚ ਪ੍ਰੇਮ ਬਣਿਆ ਰਹੇ। ਇੱਕ ਲੋਕੀ ਹੋਰ ਸ਼ਮਸ਼ਰੀ ਬ੍ਰਾਹਮਣ ਜਮਾਂ ਜਾਂ ਚੌਲਾਂ ਦੇ ਆਟੇ ਦਾ ਪਿੰਨ ਵੱਟ ਕੇ ਇੱਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਅਤੇ ਦੂਜਾ ਪਿੰਨ ਪਿੱਤਰਾਂ ਨੂੰ। ਅਤੇ ਬ੍ਰਾਹਮਣ ਵੱਟ ਪਿੰਡ ਖਾਏ, ਪਿੰਨ ਵੱਟਣ ਤੋਂ ਪਿੱਛੋਂ ਆਪ ਖੀਰ ਪੂੜੇ ਅਤੇ ਕੜਾਹ ਆਦਿਕ ਜਜਮਾਨਾਂ ਦੇ ਘਰੋਂ ਖਾਂਦਾ ਹੈ। ਦੱਸੋ, ਅਗਲੇ ਦਾ ਬੰਦਾ ਮਰ ਗਿਆ ਅਤੇ ਉਹਨੂੰ ਖੀਰ ਕੜਾਹ ਸੁੱਝਦੀ ਪਈ ਆ। ਲੋਕਾਂ ਦੇ ਭਾਣੇ ਬੁੱਢੇ ਦੀ ਪਾਰਟੀ ਹੋਈ ਚੱਲ ਰਹੀ ਹੈ। ਨਾ ਪਤਾ ਲੱਗੇ ਵੀ ਬਰਥਡੇ ਆ ਬੁੱਢੇ ਦਾ, ਨਾ ਪਤਾ ਲੱਗੇ ਵੀ ਵਰੀਣਾ ਹੈ, ਨਾ ਪਤਾ ਲੱਗੇ ਕੋਈ ਚੜ੍ਹਾਈ ਕਰ ਗਿਆ। ਲੋਕਾਂ ਨੂੰ ਤਾਂ ਜਲੇਬੀਆਂ ਖਾਣ ਪੀਣ ਨਾਲ ਮਤਲਬ ਹੁੰਦਾ, ਉਹਨਾਂ ਨੂੰ ਕੀ। ਤਾਂ ਇਸ ਵਾਸਤੇ ਇਸ ਤਰ੍ਹਾਂ ਦੀ ਦੁਨੀਆ ਹੈ। ਨਾਨਕ ਪਿੰਡ ਬਖਸ਼ੀਸ ਕਾ ਕਬੂ ਨ ਕੂਠਸ ਨਾਹੇ। ਮਹਾਰਾਜ ਕਹਿੰਦੇ ਨੇ ਕਿ ਬ੍ਰਾਹਮਣ ਦੇ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦੇ ਤੱਕ ਟਿਕਿਆ ਰਹਿ ਸਕਦਾ? ਦੱਸੋ। ਹਾਂ, ਪਰਮੇਸ਼ਰ ਦੀ ਮਿਹਰ ਦਾ ਪਿੰਨ ਕਦੇ ਮੁੱਕਦਾ ਨਹੀਂ ਹੈ। ਇਸ ਲਈ ਵਾਹਿਗੁਰੂ ਜੀ ਦਾ ਨਾਮ ਜਪਣਾ, ਕਥਾ ਕਰਨੀ, ਕੀਰਤਨ ਕਰਨਾ ਹੀ ਪਿੰਡ ਭਰਾਉਣੇ ਨੇ ਅਤੇ ਪਤਲਾ ਤਾਰਨੀਆਂ ਹਨ। ਫੁੱਲ ਹਰ ਸਰ ਪਾਵੈ। ਭਾਵੇਂ ਸੋ ਲੋਕ ਜਿਹੜੇ ਨੇ ਗੰਗਾ ਦੇ ਵਿੱਚ ਜਾ ਕੇ ਫੁੱਲ ਪਾ ਕੇ ਆਉਂਦੇ ਨੇ,
ਗੰਗਾ ਦੇ ਵਿੱਚ ਫੁੱਲ ਪਾਉਣੇ ਆਦਿਕ ਤਾਂ ਸਾਡਾ ਤਾਂ ਸਾਰਾ ਕੁਝ ਪਰਮੇਸ਼ਰ ਦਾ ਨਾਮ ਹੀ ਹੈ। ਪੰਜ ਪਿਆਰੇ ਸਾਹਿਬਾਨ ਜਦ ਅੰਮ੍ਰਿਤ ਛਕਾਉਂਦੇ ਨੇ ਤਾਂ ਅੰਤਮ ਸੰਸਕਾਰ ਦੇ ਵਿੱਚ ਉਹ ਆਗਿਆ ਕਰਦੇ ਨੇ ਕਿ ਕੋਈ ਵੀ ਨਦੀ ਜਾਂ ਨਾਲਾ ਵਗ ਰਿਹਾ ਆ, ਤੁਹਾਡੇ ਲਾਗੇ ਘੱਗਰ ਦਰਿਆ ਹੈ, ਜਿਹਨੂੰ ਨੇੜੇ ਪੈਂਦਾ ਉਹ ਘੱਗਰ 'ਚ ਸੁੱਟ ਆਏ। ਅਤੇ ਬਾਕੀ ਕੀਰਤਪੁਰ ਸਾਹਿਬ ਪਤਾਲਪੁਰੀ ਨਜ਼ਦੀਕ ਹੈ, ਉੱਥੇ ਜਲ ਪ੍ਰਵਾਹ ਕਰ ਹੈ। ਜਾਂ ਜਿਹਨੂੰ ਗੋਂਦਵਾਲ ਸਾਹਿਬ ਨੇੜੇ ਹੈ, ਬਿਆਸ ਦਰਿਆ 'ਤੇ ਵੀ ਉਹ ਬਾਬਿਆਂ ਨੇ ਬਣਾਇਆ ਹੋਇਆ ਘਾਟ, ਇਉਂ ਵਗਦੇ ਜਲ 'ਚ ਪ੍ਰਵਾਹ ਕਰ ਦੇਣਾ, ਕੋਈ ਸ਼ੰਕਾ ਨਹੀਂ ਕਰਨਾ। ਜ਼ਰੂਰੀ ਨੇ ਵੀ ਗੰਗਾ ਦੇ ਵਿੱਚ ਸੁੱਟਣ ਤੋਂ ਹੀ ਬੰਦੇ ਦੀ ਮੁਕਤੀ ਹੋਣੀ ਹੈ। ਹਰ ਪਾਇਆ ਸਤਿਗੁਰ ਬੋਲਿਆ। ਜਾਂ ਭਾਵੇਂ ਇਹਨਾਂ ਸਭਨਾ ਕਰਮ ਕਾਂਡਾਂ ਨੂੰ ਪਰਮੇਸ਼ਰ ਦੇ ਨਾਮ ਸਦਰਸ਼ ਤੋਲ ਵਿੱਚ ਪਾ ਲੈਣਾ ਕਰੋ, ਪਰ ਉਹਦੇ ਨਾਮ ਬਰਾਬਰ ਇਹ ਚੀਜ਼ਾਂ ਨਹੀਂ ਜੇ ਪੁੱਛ ਸਕਦੀਆਂ। ਫਿਰ ਭਾਈ ਮੋਹਰੀ ਜੀ ਅਤੇ ਸਿੱਖਾਂ ਨੇ ਕਿਹਾ ਕਿ ਹੇ ਸਤਿਗੁਰੂ ਜੀ, ਤੁਸੀਂ ਐਸੇ ਬਚਨ ਕਿਉਂ ਕੀਤੇ ਨੇ? ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਰ ਭਾਇਆ ਸਤਿਗੁਰ ਬੋਲਿਆ। ਜੋ ਹਰੀ ਪਰਮੇਸ਼ਰ ਨੂੰ ਪਾਉਂਦਾ ਸੀਗਾ, ਸਤਿਗੁਰੂ ਜੀ ਕਹਿੰਦੇ ਅਸੀਂ ਉਹ ਬਚਨ ਬੋਲਣਾ ਕੀਤੇ ਹਨ। ਹਰ ਮਿਲਿਆ ਪੁਰਖ ਸੁਜਾਨ ਜੀਓ। ਕਿਉਂਕਿ ਸਾਨੂੰ ਪੂਰਨ ਅੰਤਰਜਾਮੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਪਿਆ ਹੈ।